ਸੋ ਸਾਧ ਸੰਗਤ ਜੀਓ, ਲੜੀਵਾਰ ਪਾਵਨ ਪਵਿੱਤਰ ਇਤਿਹਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕੌਤਕ ਰਚਾ ਰਹੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਸੀਤ ਦੇ ਅੰਦਰ ਕਾਜ਼ੀ ਨੂੰ, ਨਵਾਬ ਨੂੰ ਉਪਦੇਸ਼ ਦਿੱਤਾ। ਉਹ ਪਿੱਛੇ ਸਾਰਾ ਸਰਵਣ ਕੀਤਾ ਹੈ। ਪੁੱਛਿਆ ਹੈ ਨਵਾਬ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਸਤਿਗੁਰੂ ਜੀ ਤੁਹਾਡੀ ਅਮਾਨਤ ਮੇਰੇ ਕੋਲ ਪਈ ਹੈ, ਦੱਸੋ ਕੀ ਕਰੀਏ ਤੁਹਾਡੀ ਅਮਾਨਤ ਦਾ। ਮੇਰੇ ਕੋਲ ਬੋਝ ਹੈ, ਭਾਰ ਜਾਪਦਾ ਹੈ ਵੀ ਮੈਂ ਤੁਹਾਡੇ ਪੈਸੇ ਦੇਣੇ ਨੇ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੇ ਪੈਸੇ, ਤੁਸੀਂ ਆਪਣੀ ਅਮਾਨਤ ਮੇਰੇ ਕੋਲੋਂ ਲੈ ਲਵੋ। ਮਹਾਰਾਜ ਜੀਆਂ ਨੇ ਨਾ ਕਰ ਦਿੱਤੀ, ਭਾਈ ਕੋਈ ਲੋੜ ਨਹੀਂ। ਵਾਰ-ਵਾਰ ਕਹਿਣ ਤੇ ਸਤਿਗੁਰੂ ਜੀਆਂ ਨੂੰ ਲੱਗਾ ਕਹਿਣ, ਸਤਿਗੁਰੂ ਜੀ ਆਗਿਆ ਕਰੋ, ਅੱਧਾ ਬਾਬਾ ਸ਼੍ਰੀ ਚੰਦ ਨੂੰ ਅਮਾਨਤ ਦੇ ਵਿੱਚੋਂ ਪੈਸੇ ਦੇ ਦਈਏ। 760 ਰੁਪਈਆਂ ਵਿੱਚੋਂ ਅੱਧੇ ਵੀ ਫਕੀਰਾਂ ਅੰਦਰ ਲੋੜਵੰਦਾਂ ਵਿੱਚ ਵੰਡ ਦਿੰਦੇ ਹਾਂ, ਜਿਵੇਂ ਤੁਹਾਡਾ ਸੁਭਾਅ ਹੈ। ਮਹਾਰਾਜ ਕਹਿੰਦੇ ਭਾਈ ਜਿੱਦਾਂ ਤੁਹਾਡੀ ਖੁਸ਼ੀ ਤੁਸੀਂ ਉੱਦਾਂ ਆਪ ਤੁਸੀਂ ਉਹ ਕਰ ਲਵੋ। ਮਹਾਰਾਜ ਜੀਆਂ ਦੀ ਵਾਰਤਾਲਾਪ ਹੋਈ ਹੈ। ਜਿੱਥੇ ਸਤਿਕਾਰਯੋਗ ਬੇਬੇ ਨਾਨਕੀ ਜੀਆਂ ਦਾ ਘਰ, ਪਹਿਲਾਂ ਉਹ ਪਾਵਨ ਅਸਥਾਨ ਗੁਰੂ ਕਾ ਬਾਗ, ਫਿਰ ਬੇਬੇ ਨਾਨਕੀ ਜੀ ਛੋਟੇ ਘਰ ਵਿੱਚ ਆ ਗਏ ਸਨ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ, ਵਾਰਤਾਲਾਪ ਹੋਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਤੋਂ ਸਾਰਾ ਹਾਲ ਬਿਆਲ ਉਹਨਾਂ ਨੇ ਪੁੱਛਿਆ। ਸਤਿਗੁਰੂ ਜੀਆਂ ਦੀ ਰਸਨਾ ਤੋਂ ਗੁਰਦੇਵ ਜੀਆਂ ਨੇ ਦੱਸਿਆ ਹੈ। ਤੇ ਗੁਰਮੁਖੋ ਮਹਾਰਾਜ ਜੀਆਂ ਨੇ ਤਾਂ ਪਾਵਨ ਪਵਿੱਤਰ ਬਾਣੀ ਅੰਦਰ ਵੀ ਆਪਣੇ ਬਾਬਤ ਲਿਖ ਦਿੱਤਾ ਕਿ ਲੋਕੋ, ਕਈਆਂ ਨੇ ਸਾਨੂੰ ਚੰਗਾ ਕਿਹਾ, ਕਈਆਂ ਨੇ ਮੰਦਾ ਕਿਹਾ। ਕੋਈ ਆਖੈ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸਾਹਾ ਕਾ ਨਾਨਕ ਬਉਰਾਨਾ। ਕਿਸੇ ਨੇ ਭੂਤਨਾ ਸ਼ਬਦ ਕਹਿ ਦਿੱਤਾ, ਕਿਸੇ ਨੇ ਬੇਤਾਲਾ ਸ਼ਬਦ ਕਹਿ ਦਿੱਤਾ, ਕਿਸੇ ਨੇ ਆਦਮੀ ਆਖਿਆ ਵੀ ਤੇ ਆਪਣੇ ਵਰਗਾ ਹੀ ਹੈ। ਜਿਸ ਕਿਸੇ ਨੂੰ ਜਿਵੇਂ ਦੀ ਕੋਈ ਸਮਝ ਪਈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਉੱਦਾਂ ਹੀ ਉਹਨਾਂ ਨੇ ਮੁਖਾਤਬ ਕੀਤਾ ਹੈ। ਸੋ ਆਓ ਇੱਥੋਂ ਤੱਕ ਲੜੀਵਾਰ ਪਾਵਨ ਇਤਿਹਾਸ ਸਰਵਣ ਕੀਤਾ। ਮਨ ਬਿਰਤੀਆਂ ਕਰੀਏ ਇਕਾਗਰ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਕਰੁਣਾ ਐਨ ਕੀ, ਚਰਨ ਕਵਲ ਲੈ ਧੂਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੋ ਕਿਰਪਾ ਦੇ ਘਰ ਹਨ, ਉਹਨਾਂ ਦੀ ਮੁਬਾਰਕ ਚਰਨ ਕਮਲਾਂ ਦੀ ਧੂੜੀ ਲੈ ਕਰਕੇ ਨਿਜ ਮਨ ਮੁਕਰੈ ਮਾਂਝ ਕੇ, ਕਹੋ ਕਥਾ ਰਸ ਰੂਰ। ਆਪਣੇ ਮਨ ਰੂਪੀ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਮਾਂਜ ਕਰਕੇ, ਚੰਗੀ ਤਰ੍ਹਾਂ ਆਪਣੇ ਮਨ ਨੂੰ ਸਾਫ਼ ਕਰਕੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਰਸ ਭਰਪੂਰ ਕਥਾ ਬਿਆਨ ਕਰਦਾ ਹਾਂ। ਚੌਪਈ ਬਾਲੇ ਕੋ ਮੁਖ ਸ਼ਸ਼ੈ ਸੁਦਾਸੀ। ਭਾਈ ਬਾਲਾ ਜੀ ਆਪਣੇ ਮੁਖ ਤੋਂ ਸਤਿਗੁਰੂ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਕਥਾ, ਕਥਾ ਕਹਿਤ ਸ਼੍ਰੀ ਅੰਗਦ ਪਾਸੀ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਬੜੇ ਪ੍ਰੇਮ ਸਹਿਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਥਾ ਬਿਆਨ ਕਰ ਰਹੇ ਹਨ। ਪ੍ਰੇਮ ਮਗਨ ਕਬ ਕਬ ਹੋਏ ਜਾਵੇਂ। ਔਰ ਪ੍ਰੀਤਮ ਦੀਆਂ ਬਾਤਾਂ ਸੁਣ ਕਰਕੇ ਗੁਰਦੇਵ ਜੀਆਂ ਨੇ ਪਾਵਨ ਬਾਣੀ ਅੰਦਰ ਵੀ ਅੰਕਿਤ ਕੀਤਾ, ਕੋਈ ਆਣ ਸੁਣਾਵੇ ਹਰ ਕੀ ਗਲ ਗਾਲ। ਕਿ ਭਾਈ ਕੋਈ ਆਣ ਕਰਕੇ ਮੈਨੂੰ ਮੇਰੇ ਪ੍ਰੀਤਮ ਦੀਆਂ ਬਾਤਾਂ ਸੁਣਾਏ। ਜਿਸ ਪਿਆਰੇ ਸੋ ਨੇਹ ਤਿਸ ਆਗਾ ਮਰ ਚੱਲੀਐ। ਔਰ ਇਹ ਵਾਲਾ ਸਮਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪ੍ਰੀਤਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਕਮਲਾਂ ਸਾਥ ਅਤਿਅੰਤ ਸਨੇਹ ਕਰਦੇ ਨੇ। ਸਰੀਰਕ ਰੂਪ ਅੰਦਰ ਕੋਲ ਨਹੀਂ ਹਨ। ਭਾਈ ਬਾਲੇ ਤੋਂ ਸਾਰੇ ਕੌਤਕ ਸਰਵਣ ਕਰ ਰਹੇ ਹਨ।
ਕਥਾ ਸਰਵਣ ਕਰਦਿਆਂ ਕਰਦਿਆਂ ਪ੍ਰੇਮ ਰਸ ਜਿਸ ਵਕਤ ਭਾਈ ਬਾਲਾ ਜੀ ਬਚਨ ਸੁਣਾਉਂਦੇ ਨੇ, ਮਹਾਰਾਜ ਪ੍ਰੇਮ ਰੂਪ ਵਿੱਚ ਭਿੱਜ ਕਰਕੇ ਸਤਿਗੁਰੂ ਮਹਾਰਾਜ ਜੀ ਅਡੋਲ ਸਮਾਧੀ ਵਿੱਚ ਚਲੇ ਜਾਂਦੇ ਹਨ। ਲਗੇ ਸਮਾਧ ਅਡੋਲ ਸੁਹਾਵੇਂ। ਔਰ ਜਦੋਂ ਸਮਾਧੀ ਲੱਗ ਜਾਂਦੀ ਹੈ ਔਰ ਮਹਾਰਾਜ ਅਡੋਲ ਬੜੇ ਹੀ ਸ਼ੋਭਨੀਕ ਜਾਪਦੇ ਹਨ। ਬਹੁਰ ਬਿਲੋਚਨ ਖੋਲੇ ਜਬਈ। ਔਰ ਫਿਰ ਕੁਝ ਇੱਕ ਘੜੀਆਂ ਦੇ ਪਛਾਤ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅੰਮ੍ਰਿਤਮਈ ਕਥਾ ਸੁਣਦਿਆਂ ਸੁਣਦਿਆਂ ਜਦੋਂ ਕਈ ਵਾਰ ਫਿਰ ਕੁਝ ਸਮੇਂ ਬਾਅਦ ਨੇਤਰ ਖੋਲਦੇ ਹਨ, ਬਾਲਾ ਕਹਿਣ ਲਗੇ ਪੁਨ ਤਬਈ। ਫਿਰ ਆਗਿਆ ਲੈ ਕੇ ਭਾਈ ਬਾਲਾ ਜੀ ਸਤਿਗੁਰੂ ਜੀਆਂ ਨੂੰ ਫਿਰ ਮੁਬਾਰਕ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰਵਾਉਂਦੇ ਹਨ। ਕਰਨ ਪੁੱਟਨ ਸੰਗ ਪੀਵੇਂ ਸਰੋਤੇ। ਔਰ ਕੋਲ ਬੈਠੇ ਹੋਰ ਵੀ ਸਰੋਤੇ ਆਪਣੇ ਕੰਨਾਂ ਰੂਪੀ ਡੂਨਿਆਂ ਦੇ ਨਾਲ ਅੰਮ੍ਰਿਤਮਈ ਕਥਾ ਨੂੰ ਪੀਵਦੇ ਹਨ, ਕਥਾ ਨੂੰ ਸਰਵਣ ਕਰਦੇ ਹਨ। ਅਮੀ ਸਮਾਨ ਤ੍ਰਿਪਤ ਨੈ ਹੋਤੇ। ਔਰ ਪ੍ਰੇਮ ਰਸ ਅੰਮ੍ਰਿਤਮਈ ਇਹ ਕਥਾ ਸਰਵਣ ਕਰਕੇ ਉਹ ਅੰਦਰ ਭਾਵ ਪਿਆਸੇ ਹੀ ਰਹਿ ਜਾਂਦੇ ਹਨ, ਤ੍ਰਿਪਤ ਨਹੀਂ ਹੁੰਦੇ। ਚਿੱਤ ਕਰਦਾ ਹੈ ਕਿ ਹੋਰ ਵੀ ਇਹ ਅੰਮ੍ਰਿਤ ਰੂਪੀ ਕਥਾ ਅੰਮ੍ਰਿਤ ਰੂਪੀ ਬੋਲ ਸਰਵਣ ਕਰੀ ਜਾਈਏ। ਸ਼੍ਰੀ ਬਾਲਾ ਸੰਧੂ ਆਚ ਚੌਪਈ। ਸ਼੍ਰੀ ਨਾਨਕ ਕਿੰਕਰ ਸੁਖ ਰਾਸਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਦਾਸਾਂ ਦੇ ਸੁਖਾਂ ਦੇ ਦਾਤੇ ਹਨ। ਰਹੇ ਬੈਸ ਪੁਨ ਸੁਸਾ ਆਵਾਸਾ। ਕਈ ਰੋਜ਼ ਉਹ ਆਪਣੀ ਭੈਣ ਦੇ ਘਰ ਬੇਬੇ ਨਾਨਕੀ ਜੀਆਂ ਦੇ ਗ੍ਰਹਿ ਵਿਖੇ ਠਹਿਰੇ ਹਨ। ਜਨ ਬੈਰਾਗ ਧਾਰ ਨਿਜ ਦੇਹਾ। ਜਿਵੇਂ ਕੋਈ ਬੈਰਾਗ ਨੇ ਦੇਹ ਧਾਰ ਕਰਕੇ ਪ੍ਰਗਟ ਦਿਖਾਵਤ ਜਗ ਤੇ ਅਨੇਹਾ। ਔਰ ਜਗਤ ਨੂੰ ਇਹ ਵਿਖਾਰੇ ਨੇ ਵੀ ਜੇ ਵੈਰਾਗ ਵੀ ਹੋਵੇ ਕਿਸ ਪ੍ਰਕਾਰ ਦਾ ਵੈਰਾਗ ਹੋਵੇ। ਕਿਦੋਂ ਸ਼ਾਂਤ ਰਸ ਧਾਰ ਸਰੂਪਾ। ਜਾਂ ਫਿਰ ਕਿਤੇ ਸ਼ਾਂਤ ਰਸ ਨੇ ਸ਼ਾਂਤ ਰੂਪ ਨੇ ਆਪਣੀ ਇੱਕ ਦੇਹ ਧਾਰ ਕੇ ਭਾਵ ਦਿਖਾਵੇ ਨਿਜ ਅਨਰੂਪਾ। ਔਰ ਜਗਤ ਨੂੰ ਆਪਣਾ ਨਿਜ ਰੂਪ ਸ਼ਾਂਤ ਰੂਪ ਆਪਣਾ ਨਿਜ ਰੂਪ ਵਿਖਾਲ ਰਿਹਾ ਹੋਵੇ। ਜਾਂ ਕਿਤੇ ਵੈਰਾਗ ਜਾਂ ਸ਼ਾਂਤ ਰਸ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਜਗਤ ਨੂੰ ਵਿਖਾਲ ਰਹੇ ਹਨ। ਕਿਦੋਂ ਧਰਿਓ ਉਪਕਾਰ ਸਰੀਰਾ। ਫਿਰ ਕਿਤੇ ਮਾਲਕ ਜੀਆਂ ਨੇ ਉਪਕਾਰ ਵਾਸਤੇ ਆਪਣੀ ਇਹ ਦੇਹ ਆਪਣਾ ਇਹ ਸਰੀਰ ਧਾਰਿਆ ਹੋਵੇ। ਨਰ ਤਾਰਨ ਕੋ ਗੁਨੀ ਗਹੀਰਾ। ਔਰ ਲੋਕਾਈ ਨੂੰ ਲੋਕਾਂ ਨੂੰ ਤਾਰਨ ਦੇ ਵਾਸਤੇ ਮਹਾਰਾਜ ਜੀਆਂ ਨੇ ਦੇਹ ਧਾਰੀ ਹੈ। ਦੋਹਰਾ ਸਿਰ ਪਰ ਨੁਕਤੈ ਜੁਗਲ ਗਜ। ਖਫਨੀ ਗਰ ਬਰ ਚੀਰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ 2 ਗਜ ਦਾ ਸੁੰਦਰ ਸਾਫਾ ਆਪਣੇ ਸਿਰ ਪਰ ਔਰ ਅਤਿਅੰਤ ਸੁੰਦਰ ਤਨ ਦੇ ਉੱਪਰ ਬਸਤਰ ਪਹਿਰੇ ਹਨ। ਸੰਭਿਆਨਾ ਸੁੰਦਰ ਸਜੇ ਧਰਿਓ ਸੋ ਬੇਖ ਸਰੀਰ। ਔਰ ਚਾਦਰਾ ਬੜਾ ਹੀ ਮਨ ਨੂੰ ਮੋਹ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸਰੀਰ ਉੱਪਰ ਇਸ ਪ੍ਰਕਾਰ ਦਾ ਵੇਖ ਬਣਾਇਆ ਹੋਇਆ ਹੈ। ਚੌਪਈ ਬੈਸੇ ਤੇ ਨਿੰਦਕ ਕੇ ਸ਼ੂਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਔਰ ਨਿੰਦਕਾਂ ਦੇ ਵਾਸਤੇ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੁੱਖ ਸਮਾਨ ਹੋ ਜਾਂਦੇ ਨੇ। ਨਿੰਦਕਾਂ ਨੂੰ ਨਹੀਂ ਨਾ ਚੰਗੇ ਲੱਗਦੇ, ਜਿਨ੍ਹਾਂ ਨੇ ਕੰਮ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿੰਦਾ ਕਰਨ ਦਾ ਹੋਵੇ, ਉਹ ਮਹਾਰਾਜ ਜੀ ਬੈਠੇ ਹਨ। ਇਤਨੇ ਮੈਂ ਪ੍ਰਾਪਤ ਭਾ ਮੂਲਾ। ਇੰਨੇ ਨੂੰ ਮਹਾਰਾਜ ਜੀਆਂ ਦੇ ਸਹੁਰੇ ਰਿਸ਼ਤੇ ਵਿੱਚ ਸਤਿਕਾਰਯੋਗ ਸਹੁਰੇ ਭਾਈ ਮੂਲਾ ਜੀ ਉਹ ਆਏ ਹਨ।
ਚੰਦੋ ਰਾਣੀ ਜੈ ਕੇ ਸੰਗਾ। ਨਾਲ ਉਹਨਾਂ ਦੀ ਸੁਪਤਨੀ ਮਹਾਰਾਜ ਜੀਆਂ ਦੇ ਰਿਸ਼ਤੇ ਵਿੱਚ ਸੱਸ ਬੀਬੀ ਚੰਦੋ ਰਾਣੀ ਜੀ ਉਹ ਨਾਲ ਆਏ ਹਨ। ਅਧਿਕ ਕ੍ਰੋਧ ਤੇ ਉਠਤ ਤਰੰਗਾ। ਬੜੇ ਕ੍ਰੋਧ ਦੇ ਨਾਲ, ਜਿਹੜੇ ਬੜੇ ਕ੍ਰੋਧ ਰੂਪੀ ਕ੍ਰੋਧ ਦੇ ਵਿੱਚ ਸਤਿਗੁਰੂ ਜੀਆਂ ਦੇ ਬੇਬੇ ਨਾਨਕੀ ਜੀਆਂ ਦੇ ਘਰ ਉੱਥੇ ਹੀ ਆਏ ਹਨ। ਮਨੋ ਗਿਆਨ ਨਿਜ ਦਲ ਸੋਂ ਬੈਸਾ। ਇਧਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਸਾਰੀ ਗਿਆਨ ਦੀ ਫੌਜ ਲੈ ਕੇ ਮਹਾਰਾਜ ਜੀ ਬੈਠੇ ਹੋਣ, ਦੇਵੀ ਗੁਣ ਮਹਾਰਾਜ ਜੀਆਂ ਦੇ ਕੋਲ ਹੋਣ। ਸਤ ਸੰਤੋਖ ਸ਼ਾਂਤ ਸਮ ਭੇਸਾ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਫੌਜ ਦੇ ਅੰਦਰ ਨਾਲ ਕਿਹੜੇ ਕਿਹੜੇ ਸਾਥੀ ਕਿਹੜੇ ਕਿਹੜੇ ਨੇ ਮਹਾਰਾਜ ਜੀਆਂ ਦੇ ਪਾਸੇ। ਜੇ ਉਧਰ ਕ੍ਰੋਧ ਰੂਪ ਆਇਆ ਹੈ ਤੇ ਇਧਰ ਸ਼ਾਂਤੀ ਵੀ ਤਾਂ ਮਹਾਰਾਜ ਜੀਆਂ ਦੇ ਕੋਲ ਦੂਸਰੇ ਪਾਸੇ ਹੈ ਨਾ। ਸ਼ਾਂਤ ਰਸ ਸਤ ਸੰਤੋਖ। ਹੁਣ ਕ੍ਰੋਧ ਦੇ ਨਾਲ ਤਾਂ ਸ਼ਾਂਤੀ ਨੇ ਲੜਨਾ ਹੈ। ਬਾਬਾ ਕਬੀਰ ਸਾਹਿਬ ਜੀਆਂ ਦਾ ਇੱਕ ਪਾਵਨ ਪਵਿੱਤਰ ਸ਼ਬਦ ਹੈ ਇਸ ਸਮੁੱਚੇ ਇਹਦੇ ਪ੍ਰਕਰਣ ਦੇ ਉੱਪਰ। ਬਾਬਾ ਕਬੀਰ ਸਾਹਿਬ ਜੀਆਂ ਨੇ ਦਾ ਬੜਾ ਸੋਹਣਾ ਜ਼ਿਕਰ ਕੀਤਾ ਕਿ ਕਿਸ ਪ੍ਰਕਾਰ ਇਸ ਕਿਲੇ ਨੂੰ ਮੈਂ ਜਿੱਤਿਆ। ਮੇਰੇ ਕੋਲ ਫੌਜ ਸੀ, ਕਿਹੜੀ ਫੌਜ ਸੀ, ਕਿਵੇਂ ਮੈਂ ਇਸ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸਾਰਾ ਉਹਦਾ ਜ਼ਿਕਰ ਕੀਤਾ। ਇਧਰ ਮਹਾਰਾਜ ਜੀ ਬੈਠੇ ਹੋਏ ਹਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ। ਸ਼ਾਂਤ ਰਸ ਸਤ ਸੰਤੋਖ ਇਹ ਦੇਵੀ ਗੁਣਾ ਦੀ ਵੱਡੀ ਫੌਜ ਹੈ। ਜਨ ਅਗਿਆਨ ਆਪਨ ਤਨ ਤਾਰੀ। ਹੁਣ ਦੂਸਰੇ ਪਾਸੇ ਬੀਬੀ ਚੰਦੋ ਰਾਣੀ ਜਿਸ ਪ੍ਰਕਾਰ ਕ੍ਰੋਧਿਤ ਹੋ ਕੇ ਆਏ ਹਨ, ਜਿਵੇਂ ਅਗਿਆਨਤਾ ਨੇ ਆਪਣਾ ਦੇਹ ਧਾਰ ਕੇ ਦਲ ਲੈ ਕਰਿਓ ਕ੍ਰੋਧ ਅਗਵਾਰੀ। ਔਰ ਆਗੂ ਕਿਹਨੂੰ ਲਾਇਆ ਹੈ? ਕ੍ਰੋਧ ਨੂੰ ਆਗੂ ਲਾਇਆ ਹੈ। ਕ੍ਰੋਧ ਨੂੰ ਆਗੂ ਲਾ ਕੇ ਅਗਿਆਨਤਾ ਤੁਰੀ ਆਉਂਦੀ ਹੋਵੇ। ਉਰ ਮੈਂ ਚੈਤ ਪਲਾਇਨ ਕੀਨਾ। ਮਹਾਰਾਜ ਜੀ ਚਾਹੁੰਦੇ ਨੇ ਵੀ ਇੱਥੋਂ ਥੋੜਾ ਜਿਹਾ ਸਾਈਡ ਤੇ ਹੋ ਜਾਇਆ ਜਾਏ। ਆਈ ਠਾਂਡ ਜੈ ਪ੍ਰਭ ਆਸੀਨਾ। ਕੁਦਰਤੀ ਉੱਥੇ ਆ ਗਏ ਜਿੱਥੇ ਸਤਿਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਾਂਤ ਰਸ ਹੋ ਕੇ ਬੈਠੇ ਹੋਏ ਹਨ। ਤਰ ਨਿਸ਼ਠੁਰਤਾ ਬਚਨੀ ਉਚਾਰੇ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਆਉਂਦਿਆਂ ਹੀ ਬੜੇ ਹੀ ਕਠੋਰਤਾ ਭਰੇ ਬੋਲ ਕਹੇ। ਅਬ ਫਕੀਰ ਕੋ ਵੇਖ ਸੁਧਾਰੇ। ਹੁਣ ਤੁਸਾਂ ਨੇ ਆ ਫਕੀਰਾਂ ਵਾਲਾ ਕਪੜਾ ਚੋਲਾ ਤੁਸਾਂ ਨੇ ਪਹਿਨ ਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਆਉਂਦਿਆਂ ਹੀ ਇਹੋ ਬੋਲ ਬੀਬੀ ਚੰਦੋ ਰਾਣੀ ਨੇ ਕਹੇ ਹਨ। ਦੋਹਰਾ ਧਰ ਕਰ ਵੇਖ ਦਿਖਾਵਈ ਸਾਧ ਬਨਿਓ ਜਗ ਮਾਏ। ਤੁਸੀਂ ਹੁਣ ਆ ਵੇਖ ਜੋ ਭੇਸ਼ ਤੁਸਾਂ ਨੇ ਬਣਾਇਆ ਹੈ ਆਪਣੇ ਪਿੰਡੇ ਤੇ। ਤੁਸੀਂ ਆ ਹੁਣ ਜਗਤ ਨੂੰ ਤੁਸੀਂ ਸਾਧ ਬਣ ਕੇ ਸਾਧੂ ਬਣ ਕੇ ਤੁਸੀਂ ਜਗਤ ਨੂੰ ਇਹ ਆਪਣਾ ਭੇਖ ਵਿਖਾ ਰਹੇ ਹੋ। ਉਬੈ ਆਤਮਜ ਪਾਰ ਜਾ ਕਹੋ ਕੈ ਭਾਂਤ ਬਿਤਾਏ। ਉਧਰ ਦੂਸਰੇ ਪਾਸੇ ਤੁਹਾਡੇ ਸੁਪੁੱਤਰ ਟੱਬਰ ਤਾਪ ਜੀ ਦੀ ਸੁਪਤਨੀ ਦੱਸੋ ਕਿਸ ਪ੍ਰਕਾਰ ਉਹ ਆਪਣਾ ਜੀਵਨ ਬਸ਼ਰ ਕਿਸ ਤਰ੍ਹਾਂ ਕਰਨਗੇ। ਉਹਨਾਂ ਦੀ ਉਪਜੀਵਕਾ ਦਾ ਕੀ ਸਾਧਨ ਹੋਵੇਗਾ। ਇਹ ਬੋਲ ਬੀਬੀ ਚੰਦੋ ਰਾਣੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਹਿਣ ਲੱਗੇ। ਉਹਨਾਂ ਦੀ ਉਪਜੀਵਕਾ ਦਾ ਸਾਧਨ ਕੀ ਹੈ? ਤੁਸੀਂ ਤਾਂ ਇਹ ਫਕੀਰਾਂ ਵਾਲਾ ਬਸਤਰ ਤੁਸਾਂ ਤੇ ਇਹ ਜਾਮਾ ਹੁਣ ਪਹਿਨ ਲਿਆ ਹੈ। ਪਿੱਛੇ ਆਪਾਂ ਨੇ ਸਾਧ ਸੰਗਤ ਜੀ ਉਹ ਸਰਵਣ ਕੀਤਾ ਸੀ ਨਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਅਜਿਹੇ ਕੌਤਕ ਰਚਦੇ ਨੇ ਵੀ ਜੋ ਅਵਤਾਰ ਪੁਰਖ ਨੇ ਵੀ ਲੋਕਾਈ ਨੂੰ ਭੁਲੇਖਾ ਪਿਆ ਰਵੇ ਅਵਤਾਰੀ ਪੁਰਸ਼ ਦਾ। ਮਹਾਰਾਜ ਸੱਚੇ ਪਾਤਸ਼ਾਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਇਸ ਪ੍ਰਕਾਰ ਲੋਕੀ ਆਣ ਕੇ ਮਾਨਤਾ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਜਗਤ ਦੇ ਅੰਦਰ ਆਮ ਇੱਕ ਮਨੁੱਖ ਵਿਚਰਦਾ ਹੈ, ਜਗਤ ਦੇ ਅੰਦਰ ਸੰਸਾਰ ਦੀਆਂ ਜ਼ਿੰਮੇਵਾਰੀਆਂ, ਸੰਸਾਰ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਦਾ ਜਿਵੇਂ ਆਮ ਕੋਈ ਇਨਸਾਨ ਸਾਹਮਣਾ ਕਰਦਾ ਹੈ, ਮਹਾਰਾਜ ਜੀ ਉਹ ਪੂਰਨੇ ਪਏ ਪਾ ਰਹੇ ਹਨ। ਆਪ ਹੀ ਉਹ ਸਾਰੇ ਕੌਤਕ ਰਚਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਉਹ ਹਨ। ਆਉਂਦਿਆਂ ਬੀਬੀ ਚੰਦੋ ਰਾਣੀ ਨੇ ਭਾਈ ਮੂਲ ਚੰਦ ਜੀਆਂ ਨੇ ਆਣ ਕਰਕੇ ਮਹਾਰਾਜ ਜੀਆਂ ਨੂੰ ਇਹ ਬੋਲ ਕਹੇ ਹਨ। ਜੋ ਪਈ
ਹਮੇ ਦੁਸੇ ਦੁਖ ਦੇਨੇ ਹੇਤੂ। ਤੇ ਬਸ ਸਾਨੂੰ ਹੀ ਤੁਸਾਂ ਨੇ ਇਹ ਵੱਡਾ ਦੁੱਖ ਦੇਣ ਵਾਸਤੇ ਜਨਮਿਓ ਤੋਂ ਜਿਉ ਪਵ ਉਦ ਕੇਤੂ। ਔਰ ਤੂੰ ਵੱਡਾ ਤੂੰ ਤਾਰਾ ਤੁਸੀਂ ਇਹ ਜਨਮ ਲਿਆ ਹੈ ਸਾਨੂੰ ਦੁੱਖ ਦੇਣ ਵਾਸਤੇ। ਇਵ ਜੇ ਹੋਣਾ ਹੁਤੋ ਫਕੀਰਾ। ਜੇ ਤੁਸੀਂ ਇਸੇ ਤਰ੍ਹਾਂ ਹੀ ਫਕੀਰ ਹੀ ਹੋਣਾ ਸੀ, ਜੇ ਤੁਸਾਂ ਨੇ ਇਸ ਪ੍ਰਕਾਰ ਦੇ ਨਾਲ ਫਕੀਰਾਂ ਵਾਲਾ ਚੋਲਾ ਹੀ ਪਹਿਨਣਾ ਸੀ। ਕਰ ਬਿਹਾ ਕਿਉਂ ਡੋਬ ਅਤੀਰਾ। ਅੱਧ ਦੇ ਅੰਦਰ ਤੁਸੀਂ ਇਸ ਪ੍ਰਕਾਰ ਮੇਰੀ ਧੀ ਨੂੰ, ਬੀਬੀ ਸੁਲੱਖਣੀ ਜੀ ਨੂੰ, ਉਹਨਾਂ ਬਾਬਤ ਕਹਿ ਰਹੇ ਹਨ ਮੇਰੀ ਧੀ ਨੂੰ ਡੋਬਣਾ ਜ਼ਰੂਰ ਸੀ। ਜੇ ਤੁਸਾਂ ਨੇ ਫਕੀਰ ਹੀ ਬੰਨਾ ਸੀ ਤਾਂ ਇਹ ਸਾਰਾ ਕੁਝ ਅਡੰਬਰ ਰਚਨ ਦੀ ਕੀ ਲੋੜ ਸੀ। ਸਰਬ ਦਰਬ ਕਰ ਦੀਨ ਖੁਆਰੂ। ਹੁਣ ਇਹਨਾਂ ਕੋਲ ਤੁਹਾਡੇ ਕੋਲ ਸਾਜੋ ਸਮਾਨ ਸੀ, ਇਹਨਾਂ ਤੁਹਾਡੇ ਹੱਥ ਰੁਪਈਆ ਸੀ, ਸਾਰਾ ਹੀ ਤੁਸੀਂ ਖੇ ਖਰਾਬ ਕਰ ਦਿੱਤਾ ਹੈ। ਜਿੰਨਾ ਵੀ ਇਹ ਤੁਹਾਡੇ ਕੋਲ ਮੋਦੀ ਖਾਨੇ ਦੀ ਕਾਰ ਸੀ, ਇਹਨਾਂ ਤੁਹਾਡਾ ਨਾਮਣਾ ਸੀ, ਉਹ ਸਾਰਾ ਹੀ ਤੁਸੀਂ ਮਿੱਟੀ ਕਰ ਦਿੱਤਾ ਹੈ। ਅਬ ਭਾਸਾਦ ਆਵਾਸ ਉਜਾਰੂ। ਹੁਣ ਲਗੇ ਫਿਰੋ ਉਜਾੜ ਦੇ ਅੰਦਰ ਸਾਧੂ ਬਣ ਕੇ, ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ, ਇੱਕ ਥਾਂ ਤੇ ਤਾਂ ਹੁਣ ਟਿਕਾ ਹੈ ਨਹੀਂ। ਹੁਤੋ ਬਿੱਤ ਸਭ ਖੋਇਓ ਜੇਤਾ। ਜਿੰਨੀ ਵੀ ਕੋਲ ਬਿੱਤ ਸੀ, ਬਿੱਤ ਕਹੀਏ ਕੋਲ ਜਿੰਨਾ ਵੀ ਪੈਸਾ ਟਕਾ ਸੀ, ਉਹ ਸਾਰਾ ਹੀ ਗਵਾ ਦਿੱਤਾ ਹੈ। ਸੋ ਅਬ ਸ੍ਰੀ ਚੰਦ ਕੋ ਦੇਤਾ। ਉਹ ਵੀ ਘੱਟੋ ਘੱਟ ਜੇ ਉਹ ਕੋਲ ਹੁੰਦਾ ਤੇ ਉਹ ਤਾਂ ਆਪਣੇ ਸੁਪੁੱਤਰ ਸ਼੍ਰੀ ਚੰਦ ਨੂੰ ਦੇ ਦਿੰਦੇ। ਜੇ ਉਹੀ ਪੈਸਾ ਕਿਤੇ ਕੋਲ ਹੁੰਦਾ, ਘੱਟੋ ਘੱਟ ਉਹ ਤਾਂ ਤੁਸੀਂ ਆਪਣੇ ਪੁੱਤਰ ਨੂੰ ਦੇ ਦੇਣਾ ਸੀ। ਤੈਂ ਪਰ ਕਰਤ ਗੁਜ਼ਾਰ ਸੋ ਬੈਸੇ। ਉਸ ਪੈਸੇ ਦੇ ਨਾਲ ਜੋ ਪੈਸੇ ਵਧੇ ਸਨ, ਜੋ ਤੁਹਾਡਾ ਅਲੂਫਾ ਤੁਹਾਨੂੰ ਮਿਲਿਆ ਮੋਦੀ ਖਾਨੇ ਵਿੱਚੋਂ, ਪੈਸਾ ਟਕਾ ਮਿਲਿਆ, ਤੁਹਾਡੀ ਰੋਜ਼ੀ ਸੀ, ਉਹਦੇ ਨਾਲ ਇਹ ਪਰਿਵਾਰ ਆਪਣਾ ਗੁਜ਼ਰਾਨ ਕਰ ਲੈਂਦਾ। ਤੋ ਕੁਟੰਬ ਅਬ ਕਰੇ ਕੈਸੇ। ਹੁਣ ਦੱਸੋ ਵੀ ਪਰਿਵਾਰ ਦੀ ਉਪਜੀਵਕਾ ਕਿਸ ਪ੍ਰਕਾਰ ਨਾਲ ਤੁਰੇਗੀ। ਬੀਬੀ ਚੰਦੋ ਰਾਣੀ ਨੂੰ ਇਸ ਬਾਤ ਦਾ ਨਹੀਂ ਪਤਾ ਕਿ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੰਨਾਂ ਭਵਨਾਂ ਨੂੰ ਰੋਜੀ ਰੋਟੀ ਦੇਣ ਵਾਲੇ ਹਨ, ਉਹਨਾਂ ਨੂੰ ਕਾਹਦੀ ਚਿੰਤਾ ਹੈ। ਤਾਂ ਤਿੰਨਾਂ ਭਵਨਾਂ ਨੂੰ ਉੜੈ ਉੜ ਆਵੈ ਸਹਿ ਕੋ ਸਾਤ ਸਪਾਛੈ ਬਚਰੈ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਸਾਰੀ ਲੋਕਾਈ ਨੂੰ ਰੋਜ਼ੀ ਰੋਟੀ ਦਾਤਾ ਪ੍ਰਦਾਨ ਕਰਨ ਵਾਲੇ ਹਨ, ਉਹਨਾਂ ਨੂੰ ਕਾਸ ਦੀ ਚਿੰਤਾ ਹੈ। ਤੇ ਬੀਬੀ ਚੰਦੋ ਰਾਣੀ ਕਹਿਣ ਲੱਗੇ ਵੀ ਘੱਟੋ ਘੱਟ ਤੁਹਾਡੇ ਸੁਪੁੱਤਰ ਨੂੰ ਤੁਸੀਂ ਉਹ ਪੈਸਾ ਦੇ ਦਿੰਦੇ, ਉਹ ਵਿੱਤ ਦੇ ਦਿੰਦੇ, ਧਨ ਦੇ ਦਿੰਦੇ, ਘਰ ਦਾ ਗੁਜ਼ਰਾਨ ਤਾਂ ਚਲੋ ਸੌਖਾ ਹੁੰਦਾ। ਕੈ ਆਧਾਰ ਜਗ ਮੈਂ ਸੋ ਰਹੀ। ਹੁਣ ਦੱਸੋ ਕਿਹਦੇ ਆਸਰੇ ਉਹ ਰਹਿਣਗੇ। ਉੱਤਰ ਕਿਉਂ ਨਾ ਬਦਨ ਤੇ ਕਹਿੀ। ਕਿਉਂ ਨਹੀਂ ਤੁਸੀਂ ਆਪਣੀ ਰਸਨਾ ਤੋਂ ਬਦਨ ਤੋਂ ਕਿਉਂ ਨਹੀਂ ਕੋਈ ਸ਼ਬਦ ਕਹਿੰਦੇ। ਦੋਹਰਾ ਭੈ ਪਰਮੇਸ਼ਰ ਕੋ ਨਹੀਂ ਲਗੋ ਸੁਤ ਜਾਨੋ ਨਾਏ। ਤੁਹਾਨੂੰ ਪਰਮੇਸ਼ਰ ਦਾ ਭੈ ਨਹੀਂ। ਘਰ ਵਿੱਚ ਛੋਟੇ ਪੁੱਤਰ ਨੇ ਜਨਮ ਲਿਆ, ਅਜੇ ਤੱਕ ਮੂੰਹ ਨਹੀਂ ਵੇਖਿਆ। ਬਾਬਾ ਲਖਮੀ ਦਾਸ ਜੀਆਂ ਦਾ ਜਨਮ ਹੋ ਚੁੱਕਾ ਸੀ। ਕਹਿੰਦੇ ਪਰਮੇਸ਼ਰ ਦਾ ਭੈ ਨਹੀਂ, ਵਿਹੜੇ ਅੰਦਰ ਮਾਲਕ ਜੀਆਂ ਨੇ ਪੁੱਤਰ ਦਿੱਤਾ ਹੈ, ਅਜੇ ਤੱਕ ਮੂੰਹ ਤੱਕ ਨਹੀਂ ਤੱਕਿਆ। ਚੰਦੋ ਰਾਨੀ ਪਨਤ ਪੁਨ ਕ੍ਰੋਧ ਕੀਏ ਮਨ ਮਾਏ। ਵੱਡਾ ਹਿਰਦੇ ਅੰਦਰ ਕ੍ਰੋਧ ਲੈ ਕਰਕੇ ਬੀਬੀ ਚੰਦੋ ਰਾਣੀ ਨੇ ਜਿਹੜੇ ਇਹ ਬੋਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਹੇ ਹਨ। ਗੁਰਮੁਖੋ ਜਦੋਂ ਕੋਈ ਇਹ ਬੋਲ ਸੁਣੇ ਕੰਨਾਂ ਦੇ ਨਾਲ, ਵੱਡੀ ਫੌਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਵਾਲੇ ਪਾਸੇ ਵੀ ਸੀ ਨਾ। ਜੇ ਦੂਸਰੇ ਪਾਸੇ ਕ੍ਰੋਧ ਅਗਵਾਈ ਪਿਆ ਕਰ ਰਿਹਾ ਹੈ ਫੌਜ ਦੀ, ਇਧਰੋਂ ਵੀ ਤਾਂ ਸ਼ਾਂਤ ਰਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹਨ ਨਾ ਉਸ ਕ੍ਰੋਧ ਨਾਲ ਲੜਨ ਵਾਸਤੇ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਓਂਕਾਰ ਪਾਵਨ ਬਾਣੀ ਦੇ ਵਿੱਚੋਂ ਦੱਖਣੀ ਓਂਕਾਰ ਬਾਣੀ ਦੇ ਵਿੱਚੋਂ ਬੋਲ ਹਨ। ਟੂਟੈ ਬਾਹਾਂ ਦੂਹ ਦਿਸ ਗਹੀ ਟੂਟ ਪਰੀਤ ਗਈ ਬੁਰ ਬੋਲ। ਕੋਈ ਬਾਂਹ ਨੂੰ ਸੱਜੇ ਖਿੱਚੇ, ਕੋਈ ਬਾਂਹ ਨੂੰ ਖੱਬੇ ਖਿੱਚੇ ਤੇ ਬਾਂਹ ਟੁੱਟੇਗੀ। ਇੱਕ ਦੂਸਰੇ ਪਾਸੇ ਖਿੱਚ ਰਿਹਾ ਹੈ, ਕੋਈ ਦੂਸਰੇ ਪਾਸੇ। ਮਹਾਰਾਜ ਕਹਿੰਦੇ ਪ੍ਰੀਤੀ ਟੁੱਟ ਜਾਂਦੀ ਹੈ।
ਘਰ ਟੁੱਟ ਜਾਂਦੇ ਨੇ ਮਹਾਰਾਜ। ਕਿਸ ਤਰ੍ਹਾਂ? ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਾਂ ਨਾਲ ਪ੍ਰੀਤੀ ਟੁੱਟ ਜਾਂਦੀ ਹੈ। ਗੁਰਮੁਖਾ ਮੰਦੜੇ ਬੋਲ ਨਾ ਬੋਲ, ਇਹਦੇ ਨਾਲ ਪ੍ਰੀਤੀ ਟੁੱਟ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਟੋਲ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇਧਰੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬੋਲ ਕਹੀ ਹੀ ਨਹੀਂ, ਮਹਾਰਾਜ ਚੁੱਪ ਨੇ। ਉਹ ਜੋ ਵੀ ਉਹਨਾਂ ਦੇ ਚਿੱਤ ਵਿੱਚ ਆਇਆ, ਬੀਬੀ ਚੰਦੋ ਰਾਣੀ ਦੇ ਚਿੱਤ ਵਿੱਚ, ਉਹਨਾਂ ਨੇ ਉਹ ਬੋਲ ਕਹਿ ਦਿੱਤੇ। ਚੌਪਈ ਸੁਣ ਤੋਵੇ ਨਾਨਕ ਕਿਆ ਕੀਤਾ। ਏ ਨਾਨਕ ਵੇਖ ਤੂੰ ਕੀ ਕੀਤਾ ਹੈ। ਵਧਿਓ ਕੁਟੰਬੈ ਪਇਓ ਅਤੀਤਾ। ਪਰਿਵਾਰ ਕਬੀਲਾ ਟੱਬਰ ਵਧਿਆ ਹੈ ਤੇ ਤੁਸੀਂ ਇਧਰੋਂ ਅਤੀਤ ਹੋ ਗਏ, ਤੁਸੀਂ ਸਾਧੂ ਬਣ ਗਏ। ਨੇਹੋ ਨਾ ਨਿਜ ਤਨ ਜਨ ਸੋ ਕਰਈ। ਤੁਸੀਂ ਆਪਣੇ ਆਪ ਨਾਲ, ਪਰਿਵਾਰ ਨਾਲ ਕੋਈ ਤੁਹਾਨੂੰ ਨੇ ਨਹੀਂ ਹੈ। ਨੈਕ ਨ ਕਰੁਣਾ ਮਨ ਮੈਂ ਤਰਈ। ਔਰ ਕੋਈ ਵੀ ਚਿੱਤ ਦੇ ਅੰਦਰ ਦਇਆ ਤੁਹਾਡੇ ਹੈ ਹੀ ਨਹੀਂ ਹੈ। ਦੀਰਗ ਤੁਝ ਟਿਗ ਮੋਦੀ ਕਾਰਾ। ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਸੀ ਮੋਦੀ ਖਾਨੇ ਦੀ, ਤੁਹਾਡੇ ਕੋਲ ਇੱਕ ਵੱਡੀ ਜ਼ਿੰਮੇਵਾਰੀ ਸੀ। ਮਹਾਰਾਜ ਉਸ ਵਕਤ ਚੰਗੇ ਪੜ੍ਹੇ ਲਿਖੇ, ਉਸ ਵਕਤ ਵੱਖ-ਵੱਖ ਭਾਸ਼ਾਵਾਂ ਦੇ ਮਹਾਰਾਜ ਜੀ ਜਾਣੂ ਸਨ ਸਾਰੇ। ਕਹਿੰਦੇ ਤੁਹਾਡੇ ਕੋਲ ਇਹ ਵੱਡੀ ਜ਼ਿੰਮੇਵਾਰੀ ਸੀ, ਮੋਦੀ ਖਾਨੇ ਦੀ ਕਾਰ ਤੁਸੀਂ ਸਾਂਭਦੇ ਸੋ। ਪਾਵਤ ਥੋ ਤਨ ਜਾਂ ਅਪਾਰਾ। ਜਿੱਥੋਂ ਤੁਹਾਨੂੰ ਬਹੁਤਾਤ ਵਿੱਚ ਧਨ ਵੀ ਤੇ ਰਾਸ਼ਨ ਵੀ ਮਿਲਦਾ ਸੀ। ਬਹੁ ਮਾਨੇ ਫੁਰਮਾਇਸ਼ ਖਾਨਾ। ਔਰ ਨਵਾਬ ਵੀ ਤਾਂ ਤੁਹਾਡੀ ਹਰ ਇੱਕ ਗੱਲ ਮੰਨਦਾ ਸੀ, ਕੋਈ ਗੱਲ ਕਦੇ ਉਹਨੇ ਟਾਲੀ। ਤੁਸੀਂ ਅੱਧੀ ਜ਼ੁਬਾਨ ਨਾਲ ਗੱਲ ਕਹਿਣੀ, ਉਹਨੇ ਨਵਾਬ ਨੇ ਤੁਹਾਡੀ ਗੱਲ ਮੰਨ ਲੈਣੀ। ਤੁਸਾਂ ਆ ਕੀ ਕੀਤਾ ਹੈ। ਅਸਨ ਬਸਨ ਪ੍ਰਾਪਤ ਬਿਦ ਨਾਨਾ। ਜਿੱਥੋਂ ਵਸਤਰ ਵੀ, ਖਾਣ ਵਾਸਤੇ ਭੋਜਨ ਵੀ, ਪਦਾਰਥ ਵੀ, ਜਿੱਥੋਂ ਸਭ ਕੁਝ ਨਸੀਬ ਹੁੰਦਾ ਸੀ। ਕ੍ਰਿਤ ਕੁਟੰਬੈ ਤਜ ਅਬਸੋ। ਹੁਣ ਛੱਡ ਦਿੱਤੀ ਤੁਸਾਂ ਨੇ, ਕਾਰ ਛੱਡ ਦਿੱਤੀ ਹੈ ਤੁਸਾਂ ਨੇ। ਇਹ ਵੱਡੀ ਕਾਰ ਤੁਸਾਂ ਨੇ ਇਹ ਛੱਡ ਕੇ ਭਏ ਰੰਕ ਜਿਉ ਆਲਿਆ ਖੋ। ਕਹਿੰਦੇ ਹੁਣ ਘਰ ਉਜੜ ਉਜਾੜੂ ਤੁਸਾਂ ਨੇ ਬਣਾ ਲਿਆ, ਆਪਣਾ ਆਪ ਗਵਾ ਕੇ ਹੁਣ ਤੁਸੀਂ ਰੰਕ ਬਣ ਗਏ ਹੋ, ਤੁਸੀਂ ਕੰਗਾਲ ਹੋ ਗਏ ਹੋ। ਤਦ ਸੋਵਤ ਥੇ ਸੇਜ ਸੁਖਾਲੀ। ਇਹਦੇ ਸੁਖ ਦੀ ਨੀਂਦ ਸੌਂਦੇ ਸੋ, ਕੋਈ ਚਿੰਤਾ ਤਾਂ ਨਹੀਂ ਸੀ ਪੈਸੇ ਟਕੇ ਦੀ। ਘਰ ਵਿੱਚ ਵਸਤਰ ਭੋਜਨ ਪ੍ਰਸ਼ਾਦ ਦੀ ਕੋਈ ਕਮੀ ਨਹੀਂ ਸੀ। ਅਬ ਫੇਰੀਏ ਉਦਿਆਨ ਬਿਹਾਲੀ। ਕਹਿੰਦੇ ਹੁਣ ਲਗੇ ਫਿਰ ਉਹ ਜੰਗਲਾਂ ਵਿੱਚ, ਪਾਲੇ ਤੁਸਾਂ ਨੇ ਚੋਲਾ ਪਾ ਲਿਆ। ਇਹ ਬੋਲ ਸਤਿਗੁਰੂ ਮਹਾਰਾਜ ਜੀਆਂ ਨੂੰ ਬੀਬੀ ਚੰਦੋ ਰਾਣੀ ਜੀ ਉਹ ਕਹਿ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬੋਲ ਸੁਣ ਰਹੇ ਹਨ। ਦੋਹਰਾ ਸਦਨ ਬਿਖੈ ਜੇ ਸਰਬ ਸੁਖ। ਤਜ ਕਰ ਕੀਨ ਅਨੀਤੀ। ਸਦਨ ਜਿੰਨੇ ਵੀ ਘਰ ਦੇ ਅੰਦਰ ਸਾਰੇ ਸੁਖ ਸਨ, ਤੁਸਾਂ ਨੇ ਉਹ ਸਾਰੇ ਸੁਖ ਛੱਡ ਕਰਕੇ, ਕਿੰਨੇ ਪਹਿਲਾਂ ਸਾਰਾ ਕੁਝ ਤੁਹਾਡੇ ਕੋਲ ਸੀ, ਤੁਸੀਂ ਇਹ ਭੈੜੀ ਰੀਤ ਕੀਤੀ ਹੈ। ਸੁਨੇ ਬਚਨ ਸੁਸਰਉ ਕੇ ਬੋਲੇ ਬ੍ਰਿਕ ਤੇ ਰੀਤ। ਮਹਾਰਾਜ ਜੀਆਂ ਨੇ ਇਹ ਵਾਲੇ ਬੋਲ ਸੁਣ ਕਰਕੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਾਂਤ ਸੁਭਾਅ ਦੇ ਨਾਲ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਬਾਰਕ ਰਸਨਾ ਤੋਂ ਬਚਨ ਬੋਲਦੇ ਹਨ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ। ਮਿਲ ਮਾਤ ਪਿਤਾ ਪਿੰਡ ਕਮਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਠਰਮੇ ਦੇ ਨਾਲ ਉਹਨਾਂ ਦਾ ਉੱਤਰ ਦਿੰਦੇ ਨੇ ਦੇਵੀ ਬਾਣੀ ਨਾਲ। ਸਤਿਗੁਰੂ ਜੀਆਂ ਨੇ ਮਾਰੂ ਰਾਗ ਦੇ ਅੰਦਰ ਪਾਵਨ ਪਵਿੱਤਰ ਬਚਨ ਉਚਾਰਨ ਕੀਤਾ। ਮਿਲ ਮਾਤ ਪਿਤਾ ਪਿੰਡ ਕਮਾਇਆ, ਕਿ ਮਾਤਾ ਪਿਤਾ ਤੋਂ ਬੱਚੇ ਦਾ ਜਨਮ ਹੋਇਆ। ਤਿਨ ਕਰਤੈ ਖੇਲ ਲਿਖਾਇਆ। ਉਸ ਕਰਤੇ ਨੇ ਤਿੰਨ ਕਰਤਾ ਲੇਖ ਲਿਖਾਇਆ। ਉਹਨੇ ਫਿਰ ਨਾਲ ਉਸ ਕਰਤੇ ਨੇ ਬਾਲਕ ਦੇ ਲੇਖ ਲਿਖਿਆ। ਕਿਹੜਾ ਲੇਖ ਲਿਖਿਆ ਹੈ? ਲਿਖ ਦਾਤ ਜੋਤ ਵਡਿਆਈ। ਉਹਨੇ ਲਿਖ ਦਿੱਤਾ ਵੀ ਭਲਿਆ ਤੂੰ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ
ਉਹਦਾ ਸ਼ੁਕਰਾਨਾ ਕਰਨੋਂ ਨਾ ਹਟੀ। ਤੂੰ ਉਹਦੀਆਂ ਦਾਤਾਂ ਨੂੰ ਕਦੇ ਵੀ ਆਪਣੇ ਚਿੱਤ ਤੋਂ ਨਾ ਭੁਲਾਈ। ਲਿਖ ਦਾਤ ਜੋਤ ਵਡਿਆਈ, ਉਹਦੀਆਂ ਦਾਤਾਂ ਤੇ ਉਹਦੀ ਵਡਿਆਈ ਕਰਦਾ ਰਹੀਂ। ਮਿਲ ਮਾਇਆ ਸੁਰਤ ਗਵਾਈ, ਪਰ ਹੋਇਆ ਉਦੋਂ ਉਲਟ। ਮਿਲ ਮਾਇਆ, ਬੱਚੇ ਦਾ ਬਾਲਕ ਦਾ ਜਨਮ ਹੋਇਆ, ਮਾਇਆ ਨੇ ਆਪਣਾ ਪ੍ਰਭਾਵ ਪਾਇਆ। ਮਿਲ ਮਾਇਆ ਸੁਰਤ ਗਵਾਈ, ਉਹਨੇ ਸੁਰਤੀ ਭੁਲਾ ਦਿੱਤੀ ਹੈ। ਮੂਰਖ ਮਨ ਕਾਏ ਕਰ ਸੇ ਮਾਣਾ, ਉਹ ਮੇਰਿਆ ਮੂਰਖਾ ਮਣਾ, ਕਾਹਦੇ ਹੰਕਾਰ ਵਿੱਚ ਲਗਾ ਫਿਰਦਾ ਹੈ। ਮੂਰਖ ਮਨ ਕਾਹੇ ਕਰਸੈ ਮਾੜਾ, ਕਾਹਦੇ ਹੰਕਾਰ ਵਿੱਚ ਲਗਾ ਫਿਰਦਾ। ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਆਉਂਦਾ ਨਾ ਬੰਦੇ ਕੋਲ 4 ਟਕੇ ਵੱਧ ਆ ਜਾਣ ਕਿਸੇ ਕੋਲ, ਉਹਦੇ ਪੱਬ ਧਰਤੀ ਤੇ ਨਹੀਂ ਲੱਗਦੇ। ਤੇ ਕਈ ਵਾਰੀ ਕਹਿੰਦੇ ਨੇ ਨਾ ਵੀ ਹਾਂ ਵੀ ਬੰਦੇ ਦੀ ਹਵਾ ਬਦਲ ਗਈ। ਤੇ ਬਾਬਾ ਜੀ ਇਹਨੂੰ ਇਉਂ ਬਚਨ ਲਿਖਦੇ ਨੇ ਬਾਬਾ ਕਬੀਰ ਸਾਹਿਬ, ਕਾਹੇ ਪਿਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ। ਕਹਿੰਦੇ ਕਿਹੜੀ ਵੱਡੀ ਗੱਲ ਹੋ ਗਈ, 10 ਮਣ ਅਨਾਜ ਵੱਧ ਹੋ ਗਿਆ ਵੀ ਮੇਰੇ ਇੰਨਾ ਝਾੜ ਨਿਕਲਿਆ, 10 ਮਣ ਅਨਾਜ ਟਕਾ 4 ਗਾਂਠੀ ਐਂਡੇ ਟੇਢੋ ਜਾਤ। ਕਹਿੰਦੇ 4 ਮਣ ਦਾਣੇ ਵੱਧ ਹੋ ਗਏ ਫਿਰ ਕੀ ਹੋਇਆ, 4 ਛਿੱਲੜ ਵੱਧ ਹੋ ਗਏ, ਪੈਸੇ ਵੱਧ ਹੋ ਗਏ ਫਿਰ ਕੀ ਹੋ ਗਿਆ। ਮੂਰਖ ਮਨ ਕਾਹੇ ਕਰਸੈ ਮਾਣਾ, ਕਾਹਦਾ ਤੂੰ ਅਹੰਕਾਰ ਕਰਦਾ ਹੈ। ਉੱਠ ਚੱਲਣਾ ਖਸਮੇ ਪਾਣਾ, ਜਿੱਦਨ ਖਸਮ ਦਾ ਭਾਣਾ ਆ ਗਿਆ ਉਦਨ ਇਥੋਂ ਉੱਠ ਚੱਲਣਾ ਹੈ, ਨਹੀਂ ਉਹ ਰਹਿਣਾ ਫਿਰ ਇਸ ਜਗਤ ਦੇ ਅੰਦਰ। ਰਹਾਉ ਤਜ ਸਾਧ ਸਹਿਜ ਸੁਖ ਹੋਈ, ਜਿੰਨੇ ਵੀ ਸੁਖ ਨੇ ਤਜ ਸਾਧ ਇਹ ਰਸਾ ਕਸਾ ਨੂੰ ਛੱਡ ਕਰਕੇ ਘਰ ਛੱਡਣੇ ਰਹੇ ਨਾ ਕੋਈ। ਆ ਜਿੰਨਾ ਘਰਾਂ ਨੂੰ ਤੂੰ ਸਦੀਵੀ ਬਣਾਈ ਬੈਠਾ ਹੈ, ਨਾ ਮੰਦਰ ਮਹਿਲ ਮਾੜੀਆਂ ਨੂੰ ਘਰ ਛੱਡਣਾ ਰਹਿ ਨਾ ਕੋਈ। ਕਿਸੇ ਨੇ ਵੀ ਇੱਥੇ ਸਦੀਵੀ ਨਹੀਂ ਉਹ ਠਹਿਰਨਾ। ਕਿਛ ਖਾਜੈ ਕਿਛ ਧਰ ਜਾਈਐ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਮਹਾਰਾਜ ਜੀਆਂ ਨੇ ਬਚਨ ਕੀਤੇ, ਭਲਿਆ ਕੁਝ ਖਾ ਲੈ ਕੁਝ ਧਰ ਕੇ ਤੂੰ ਚਲਾ ਜਾ। ਜੇ ਬਹੜੋ ਦੁਨੀਆ ਆਈ ਐ, ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁੜ ਦੁਨੀਆ ਆਈ ਐ। ਕੁਝ ਖਾ ਲੈ ਕੁਝ ਸਾਂਭ ਕੇ ਲਗਾ ਜਾ, ਜੇ ਦੁਬਾਰਾ ਆਉਣਾ ਹੋਵੇ। ਜੇ ਦੁਬਾਰਾ ਆਣ ਕੇ ਉਹਨਾਂ ਨੂੰ ਫਿਰ ਵਰਤਣਾ ਹੋਵੇ, ਫਿਰ ਤੇ ਕੋਈ ਨਾ ਕੋਈ ਰੱਖ ਕੇ ਜਾ ਵੀ ਇੱਕ ਪਾਸੇ ਪੰਡ ਬੰਨ ਕੇ ਵੀ ਚੱਲ ਦੁਬਾਰਾ ਫਿਰ ਆਉਣਾ ਹੈ, ਆਉਂਦੇ ਗੇੜੇ ਫੇਰ ਸਹੀ। ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁੜ ਦੁਨੀਆ ਆਈ ਹੈ, ਜੇ ਦੁਬਾਰਾ ਆਉਣਾ ਹੋਵੇ। ਜੇ ਦੁਬਾਰਾ ਨਹੀਂ ਇੱਥੇ ਆਉਣਾ ਤੇ ਫਿਰ ਕਾਹਦੇ ਤੂੰ ਰੰਗ ਦੇ ਅੰਦਰ ਵੱਜਾ ਹੋਇਆ ਹੈ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬਾਂਧੇ ਕਰ ਬਾਰਾ। ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਨੀਤ ਨੀਤ ਕਰ ਬਾਂਧੀਐ ਜੇ ਰਹਿਣਾ ਹੋਈ। ਕਹਿੰਦੇ ਬੰਨ ਲਓ ਨੀਤ ਨੀਤ ਘਰ ਬਾਂਧੀਐ ਜੇ ਰਹਿਣਾ ਹੋਈ। ਪਿੰਡ ਪਵੈ ਜੀਓ ਚੱਲ ਸੀ ਜੇ ਜਾਣੇ ਕੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਹੀ ਉਹ ਪਾਵਨ ਪਵਿੱਤਰ ਸ਼ਬਦ ਹੈ। ਕਹਿੰਦੇ ਬੰਨ ਲੈ ਖਾ ਲੈ ਜੇ ਦੁਬਾਰਾ ਇੱਥੇ ਆਉਣਾ ਹੋਵੇ। ਸਜ ਕਾਇਆ ਪਟ ਹਟਾਏ, ਨੂੰ ਸਵਾਰ ਕਰਕੇ ਨਾਨਾ ਪ੍ਰਕਾਰ ਦੇ ਰੇਸ਼ਮੀ ਬਸਤਰ ਹੰਡਾਏ ਹਨ। ਫਰਮਾਇਸ਼ ਬਹੁਤ ਚਲਾਏ, ਬੜੇ ਆਰਡਰ ਚਲਾਏ, ਫਰਮਾਇਸ਼ ਬੜੇ ਤੂੰ ਹੁਕਮ ਚਲਾਏ ਹਨ। ਕਰ ਸੇਜ ਸੁਖਾਲੀ ਸੋਵੈ, ਔਰ ਬੜੀ ਸੁਖਾਲੀ ਸੇਜਾ ਕਰਕੇ ਸੌਣਾ ਹੈ। ਪਰਮਾਤਮਾ ਨੂੰ ਵਿਸਾਰ ਕੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਜੀ ਨੂੰ ਵਿਸਾਰ ਕੇ ਫਿਰ ਇਹ ਜਿੰਨੇ ਵੀ ਪਦਾਰਥ ਹਨ ਇਹ ਫਿਰ ਜ਼ਹਿਰ ਸਮਾਨ ਹੋ ਜਾਂਦੇ ਹਨ। ਇਹ ਸਾਰੀਆਂ ਦਾਤਾਂ ਅੰਮ੍ਰਿਤ ਰੂਪ ਬਣ ਜਾਣ ਜੇ ਸੰਗ ਪਰਿਪੂਰਨ ਪਰਮਾਤਮਾ ਹੋਵੇ। ਦਾਤਾ ਜੀਆਂ ਨੇ ਕਦੇ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ, ਕਈ ਵਾਰੀ ਬਚਨ ਪਹਿਲਾਂ ਵੀ ਸੰਗਤ ਵਿੱਚ ਆਪ ਜੀਆਂ ਵਿੱਚ ਵਿਚਾਰੇ ਹਨ। ਗੁਰਮੁਖ ਪਿਆਰੇ ਹੈਨ, ਜਦੋਂ ਵੀ ਕੋਈ ਕਾਰ ਵਿਹਾਰ ਕਰਦੇ ਨੇ ਤੇ ਸਤਿਗੁਰੂ ਜੀਆਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਰਕੇ ਉਹਨਾਂ ਨੇ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਨਾਲ ਨਾਲ ਪੜ੍ਹਨੀਆਂ।
ਜੈ ਪ੍ਰਸਾਦ 36 ਅੰਮ੍ਰਿਤ ਖਾਏ। ਭੋਜਨ ਖਾਣ ਲੱਗੇ ਅਰਦਾਸ ਬੇਨਤੀ, ਸ਼ੁਕਰਾਨਾ ਨਾ ਮਾਲਕ ਦਾ ਵੀ ਤੇਰੀ ਦਿੱਤੀ ਦਾਤ ਹੈ। ਸੋਹਣੀ ਕੋਠੀ ਵਿੱਚ ਪੈਰ ਰੱਖਿਆ, ਜੈ ਪ੍ਰਸਾਦ ਬਸੈ ਸੁਖ ਮੰਦਰ। ਤਨ ਦੇ ਉੱਪਰ ਗਹਿਣੇ ਕਿਸੇ ਨੇ ਹੰਡਾਏ, ਜੈ ਪ੍ਰਸਾਦ ਆ ਭੂਖਨ ਪਹਿਰੀਜੈ। ਹੈ ਨਾ, ਨਾਲ ਦਾਤ ਵੀ ਹੈ ਤੇ ਨਾਲ ਉਹਦੀ ਯਾਦ ਵੀ ਹੈ, ਅੰਮ੍ਰਿਤ ਬਣ ਜਾਏਗਾ। ਫਿਰ ਉਹ ਜ਼ਹਿਰ ਸਮਾਨ ਨਹੀਂ ਹਨ ਜੇ ਉਹਦੀ ਨਾਲ ਯਾਦ ਵੀ, ਉਸ ਮਾਲਕ ਜੀ ਦੀ ਯਾਦ ਵੀ ਨਾਲ ਰੱਖੀ ਜਾਏ। ਸਜ ਕਾਇਆ ਪੱਟ ਹੰਡਾਏ, ਫਰਮਾਇਸ਼ ਬਹੁਤ ਚਲਾਏ, ਕਰ ਸੇਜ ਸੁਖਾਲੀ ਸੋਵੈ। ਕਹਿੰਦੇ ਸੁਖਾਂ ਦੀ ਤੂੰ ਨੀਂਦ ਅੱਛੀ, ਤੂੰ ਸੇਜਾ ਹੰਡਾਉਂਦਾ ਹੈ। ਹੱਥੀ ਪੌਦੀ ਕਾਹੇ ਰੋਵੈ। ਆਹ ਜਿੱਦਣ ਫਿਰ ਜਮਾ ਨੇ ਆਣ ਕੇ ਧੌਣੋਂ ਫੜ ਲਿਆ, ਮਹਾਰਾਜ ਕਹਿੰਦੇ ਭਾਈ ਹੁਣ ਦੱਸ, ਹੁਣ ਕਿਉਂ ਰੋ ਰਿਹਾ ਹੈ? ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਹੁਣ ਦੱਸ, ਹੁਣ ਕਿਉਂ ਰੋ ਰਿਹਾ ਹੈ? ਮਹਾਰਾਜ ਜੀ ਨੇ 12 ਮਾਹ ਦੀ ਪਾਵਨ ਪਵਿੱਤਰ ਬਾਣੀ ਅੰਦਰ ਸਾਰਾ ਹਾਲ ਬਿਆਨ ਕੀਤਾ ਨਾ। ਹੱਥ ਮਰੋੜੈ ਤਨ ਕਪੈ, ਸਿਆਓ ਹੋਆ ਸੇਤ। ਹੁਣ ਹੱਥ ਮੁੜਦੇ ਹਨ, ਪੁੱਠੇ ਹੁੰਦੇ ਹਨ, ਰੰਗ ਵੀ ਤਬਦੀਲ ਹੋ ਗਿਆ। ਜਦੋਂ ਫਿਰ ਜਿੰਦ ਨਿਕਲੀ ਤੇ ਮਹਾਰਾਜ ਕਹਿੰਦੇ ਹੱਥੀ ਪਾਉਂਦੀ ਕਾਹੇ ਰੋਵੈ। ਜਦੋਂ ਆਣ ਕੇ ਹੱਥ ਪਾਇਆ, ਕਾਹੇ ਰੋਵੈ ਭਾਈ, ਹੁਣ ਕਿਉਂ ਰੋਂਦਾ ਹੈ? ਕਰ ਘੁੰਮਣ ਵਾਣੀ ਪਾਈ। ਔਰ ਇਹ ਜਿੰਨੇ ਵੀ ਪਦਾਰਥ ਨੇ ਘੁੰਮਣ ਵਾਣੀ ਹੈ। ਕਦੇ ਦਰਿਆ ਦੇ ਅੰਦਰ, ਨਦੀਆਂ ਦੇ ਕਿਨਾਰਿਆਂ ਤੇ ਵੇਖਿਆ ਹੋਵੇਗਾ, ਜਦੋਂ ਘੁੰਮਣ ਵਾਣੀ ਪੈਂਦੀ ਹੈ, ਪਾਣੀ ਇੱਕ ਗੋਲ ਦੇ ਰੰਗ ਉਸ ਢੰਗ ਦੇ ਨਾਲ ਘੁੰਮਦਾ ਹੈ। ਘੁੰਮਣ ਵਾਣੀ ਘੀਰੀ ਜਿਹਨੂੰ ਕਹਿੰਦੇ ਨੇ, ਕਹਿੰਦੇ ਜਦੋਂ ਉਹ ਪੈਂਦੀ ਹੈ, ਇਹ ਜਿੰਨੇ ਵੀ ਪਦਾਰਥ ਨੇ ਇਹ ਇਸੇ ਤਰ੍ਹਾਂ ਨੇ। ਜੇ ਕਈ ਵਾਰ ਮਨੁੱਖ ਨਾ ਉਹਦੇ ਅੰਦਰ ਆ ਵੀ ਜਾਏ ਤੇ ਉਹ ਪਾਣੀ ਹੇਠਾਂ ਬੰਦੇ ਨੂੰ ਲੈ ਕੇ ਜਾਂਦਾ ਹੈ। ਜੇ ਕਿਤੇ ਕੋਈ ਤਾਰੂ ਨਦੀ ਦੇ ਅੰਦਰ ਛਾਲ ਮਾਰ ਵੀ ਪਵੇ ਜਾਂ ਹੜਾਂ ਦੇ ਅੰਦਰ, ਜੇ ਉਹ ਘੁੰਮਣ ਵਾਣੀ ਦੇ ਅੰਦਰ ਫਸ ਜਾਏ, ਉਹ ਆਪਣੇ ਨਾਲ ਤਾਰੂ ਨੂੰ ਉਸੇ ਥਾਂ ਤੇ ਨਾਲ ਹੇਠਾਂ ਤੱਕ ਉਹ ਲੈ ਕੇ ਜਾਂਦਾ ਹੈ। ਘਰ ਘੁੰਮਣ ਵਾਣੀ ਭਾਈ। ਇਸੇ ਤਰ੍ਹਾਂ ਭਾਈ ਇਹ ਜਿੰਨੇ ਵੀ ਪਦਾਰਥ ਨੇ, ਇਹ ਜੀਵ ਨੂੰ ਆਪਣੇ ਨਾਲ ਹੀ ਇਸ ਤਰੀਕੇ ਦੇ ਨਾਲ ਜਗਤ ਦੇ ਅੰਦਰ ਇਹਨਾਂ ਰਸਾਂ ਕਸਾਂ ਦੇ ਨਾਲ ਬੰਨ ਲੈਂਦੇ ਹਨ। ਪਾਪ ਪੱਥਰ ਤਰਨ ਨਾ ਜਾਈ। ਔਰ ਇਹਨਾਂ ਪੱਥਰਾਂ ਨੂੰ ਬੰਨ ਕਰਕੇ ਏਦਾਂ ਨਹੀਂ ਉਹ ਤਰਿਆ ਜਾਣਾ। ਜੇ ਤਰਨਾ ਹੈ, ਚਿੱਤ ਵਿੱਚ ਹੈ ਵੀ ਮੈਂ ਤਰਾਂ, ਹੌਲਾ ਹੋ, ਵਾਧੂ ਦੇ ਪੱਥਰ, ਪਾਪ ਰੂਪੀ ਪੱਥਰ ਆਪਣੇ ਨਾਲ ਨਾ ਬੰਨ। ਜੇ ਚਿੱਤ ਹੈ ਵੀ ਤਰਨਾ ਹੈ, ਕਈ ਵਾਰ ਆਪ ਜੀਆਂ ਨੇ ਵੇਖਿਆ ਹੋਵੇ, ਜਿਹੜੇ ਗੋਤਾਖੋਰ ਹੋਣ ਜਾਂ ਜਿਹੜੇ ਤਾਰੀ ਲਾਉਣ ਵਾਲੇ ਹੋਣ, ਉਹਨਾਂ ਨੇ ਆਪਣਾ ਭਾਰ ਅਤਿਅੰਤ, ਉਹਨਾਂ ਦੇ ਕੋਲ ਘੱਟ ਤੋਂ ਘੱਟ ਭਾਰ ਹੁੰਦਾ। ਜਿਹੜੇ ਪਰਬਤ ਆਰੋਹੀ ਹੋਣ, ਜਿਨ੍ਹਾਂ ਨੇ ਉੱਚੀਆਂ ਪਰਬਤਾਂ ਪਰ ਚੜ੍ਹਨਾ ਹੋਵੇ ਜਾਂ ਤਰਨਾ ਹੋਵੇ, ਉਹ ਘੱਟ ਤੋਂ ਘੱਟ ਭਾਰ ਰੱਖਦੇ ਹਨ। ਮਹਾਰਾਜ ਕਹਿੰਦੇ ਬੇਕਾਰ ਪਾਥਰ ਗਲੇ ਬਾਂਧੇ, ਨਿੰਦ ਪੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਬੇਕਾਰ ਪਾਥਰ, ਉਹ ਚਲੇ ਆਪਣੇ ਵਾਲੇ ਪੱਥਰ ਤਾਂ ਹੈ ਨਹੀਂ, ਲੋਕਾਂ ਦੇ ਵੀ ਨਿੰਦਾ ਦੇ ਵੀ ਚੁੱਕ ਲਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਪੱਥਰ ਬੜੇ ਸਨ, ਨਾਲ ਲੋਕਾਂ ਦੇ ਵੀ ਚੁੱਕ ਲਏ। ਬੇਕਾਰ ਪਾਥਰ ਗਲੇ ਬਾਂਧੇ, ਗਲ ਵਿੱਚ ਬੰਨ ਲਏ। ਬੇਕਾਰ ਪਾਥਰ ਗਲੇ ਬਾਂਧੇ, ਨਿੰਦਾ ਦਾ ਪੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਭਲਿਆ ਦੱਸ ਕਿਵੇਂ ਪਾਰ ਹੋਵੇਂਗਾ? ਨਹੀਂ ਤੇਰੇ ਤੋਂ ਪਾਰ ਹੋਇਆ ਜਾਣਾ। ਪਾਪ ਪੱਥਰ ਤਰਨ ਨਾ ਜਾਈ, ਏਦਾਂ ਨਹੀਂ ਹੋ ਤਰਿਆ ਜਾਣਾ। ਭਉ ਬੇੜਾ ਜਿਉ ਚੜਾਊ। ਹੁਣ ਸਤਿਗੁਰੂ ਜੀ ਅਖੀਰ ਵਿੱਚ ਦੱਸਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰਾਸ਼ ਨਹੀਂ ਕਰਦੇ, ਨਾਲ ਉੱਤਰ ਵੀ ਦਿੰਦੇ ਨੇ ਵੀ ਤਰਨਾ ਕਿਵੇਂ ਹੈ। ਸਵਾਰ ਦੱਸਿਆ ਜੀਓ ਨੂੰ, ਭਉ ਪਿਆਰ ਦਾ ਬਣਾ ਤੂੰ ਬੇੜਾ, ਭਉ ਬੇੜਾ ਜਿਉ ਚੜਾਊ। ਇਹਦੇ ਉੱਪਰ ਆਪਣੇ ਜੀਓ ਨੂੰ ਤੂੰ ਸਵਾਰ ਕਰ, ਭਉ ਰੂਪੀ ਬੇੜੇ ਅੰਦਰ। ਕਹੋ ਨਾਨਕ ਦੇਵੈ ਕਾਹੂ। ਅਖੀਰ ਵਿੱਚ ਮਹਾਰਾਜ ਫਿਰ ਕਹਿਣ ਲੱਗੇ, ਭਾਈ ਇਹ ਵਾਲਾ ਬੇੜਾ ਮਾਲਕ ਕਿਸੇ ਕਿਸੇ ਨੂੰ ਹੀ ਦਿੰਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਾਲਾ ਬੇੜਾ ਮਾਲਕ ਜੀ ਹਰ ਇੱਕ ਨੂੰ ਨਹੀਂ, ਦੇਵੈ ਕਾਹੂ, ਕਿਸੇ ਕਿਸੇ ਨੂੰ। ਹੈਣ ਵਿਰਲੇ ਨਾਹੀ ਕਣੇ, ਫੈਲ ਫੱਕੜ ਸੰਸਾਰ। ਜਿਨ੍ਹਾਂ ਨੂੰ
ਤਾਂ ਹੀ ਤਾਂ ਜਦੋਂ ਭਗਤ ਸਾਹਿਬਾਨਾਂ ਨੇ ਜਦੋਂ ਬੇਨਤੀ ਕੀਤੀ ਮਾਲਕ ਦੇ ਚਰਨ ਕਮਲਾਂ ਪਾਸ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠੁਲਾ ਬਾਹਾਂ ਦੇ। ਮਾਲਿਕ ਜੀ ਮੈਨੂੰ ਤੁਸੀਂ ਤਾਰ ਲਵੋ ਦਾਤਾ ਜੀ ਇਸ ਭਵ ਸਾਗਰ ਵਿੱਚੋਂ। ਚੌਪਈ ਪਨਿਓ ਸ਼ਬਦ ਪਰਮਾਰਥ ਜਾਈ। ਸਤਿਗੁਰੂ ਜੀਆਂ ਨੇ ਬੜੇ ਪ੍ਰੇਮ ਰਸ ਹੋ ਕਰਕੇ ਪਾਵਨ ਮੁਬਾਰਕ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਚਾਰਨ ਕੀਤਾ। ਤਨਕ ਨ ਪਰਸਿਓ ਤਿਨ ਮਨ ਮਾਹੀ। ਜਿੱਧਰ ਕ੍ਰੋਧ ਨਾਲ ਬੈਠਾ ਹੋਵੇ ਉੱਥੇ ਸ਼ਬਦ ਕੋਈ ਵੀ ਉਹਨਾਂ ਦੇ ਹਿਰਦੇ ਉੱਪਰ ਅਸਰ ਨਾ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੁਬਾਰਕ ਸ਼ਬਦ ਉਚਾਰਨ ਕੀਤਾ, ਪਰ ਉਹਨਾਂ ਦੇ ਹਿਰਦੇ ਵਿੱਚੋਂ ਜਿਹੜਾ ਕ੍ਰੋਧ ਸੀ ਉਸੇ ਤਰ੍ਹਾਂ ਹੀ ਕ੍ਰੋਧ ਆਪਣੀਆਂ ਅੰਗਾਰਾਂ ਛੱਡ ਰਿਹਾ ਸੀ। ਵਿਸ਼ੇ ਵਿਖੇ ਲੰਪਟ ਨਰ ਜੋ। ਜਿਹੜੇ ਲੋਕ ਵਿਕਾਰਾਂ ਦੇ ਅੰਦਰ ਖਚਤ ਹੋਣ, ਭਾਵੈ ਕਿਉਂ ਬਿਰਕਤ ਤਾਸੋ। ਕਿਵੇਂ ਨਿਰਵਰਤੀ ਨੂੰ ਕਿਸ ਪ੍ਰਕਾਰ ਉਹ ਮਾਲਕ ਜੀਆਂ ਦੇ ਬੋਲਾਂ ਨੂੰ ਕਿਵੇਂ ਸੁਣ ਸਕਣ, ਜਾਂ ਕਿਸ ਪ੍ਰਕਾਰ ਉਹ ਨਿਰਵਰਤੀ ਪਾ ਸਕਣ। ਜਿਉ ਕਾਮੀ ਨਰ ਨਾਰ ਤਜਾਵਨ। ਜਿਸ ਤਰ੍ਹਾਂ ਕਾਮੀ ਆਪਣੇ ਕਾਮ ਰਸ ਦੇ ਅੰਦਰ ਲੰਪਟ ਹੁੰਦਾ ਹੈ। ਕੋਟ ਜਤਨ ਨੈ ਮਾਨ ਸਿਖਾਵਨ। ਭਾਵੇਂ ਕੋਈ ਬੰਦਾ ਲੱਖ ਸਿੱਖਿਆ ਦੇ ਦਵੇ ਉਹਨਾਂ ਨੂੰ, ਪਰ ਉਹ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਦੇ। ਜਿਉ ਕਿਰਪਨ ਧਨ ਸੰਗ੍ਰਹਿ ਹੀਤਾ। ਇਸ ਪ੍ਰਕਾਰ ਕੰਜੂਸ ਧਨ ਦੇ ਨਾਲ ਜੁੜਿਆ ਹੋਇਆ ਹੈ। ਤਜਨ ਤਾਈ ਸਿਖਵਨ ਨੈ ਲੇਤਾ। ਭਾਵੇਂ ਕੋਈ ਬੰਦਾ ਲੱਖ ਸਿੱਖਿਆ ਦੇ ਦਵੇ ਪਰ ਉਹ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਦੇ। ਤਿਉ ਮੂਲੇ ਪੁਨ ਚੰਦੋ ਰਾਨੀ। ਭਾਈ ਕਹਿੰਦੇ ਇਹੋ ਮਹਾਰਾਜ ਜੀਆਂ ਨੇ ਤਾਂ ਸਿੱਖਿਆ ਦਿੱਤੀ। ਬੋਲ ਕਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਉਹਨਾਂ ਵਾਸਤੇ ਤਾਂ ਜਿਵੇਂ ਆਮ ਕੋਈ ਸੰਸਾਰੀ ਹੋਣ, ਉਹਨਾਂ ਵਾਸਤੇ ਤਾਂ ਇਸੇ ਤਰ੍ਹਾਂ ਹੈ ਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਿਮਾ ਨੂੰ ਨਹੀਂ ਜਾਣ ਸਕੇ। ਉਹਨਾਂ ਨੂੰ ਤਾਂ ਕੇਵਲ ਦੁਨਿਆਵੀ ਸੁੱਖ ਦੀ ਸੀ ਵੀ ਹਾਂ ਵੀ ਇਹਨਾਂ ਦੇ ਕੋਲ ਮੋਦੀ ਖਾਨਾ ਹੈ, ਇਹਨਾਂ ਦੇ ਕੋਲ ਤਾਂ ਵੱਡੀ ਜ਼ਿੰਮੇਵਾਰੀ ਸੀ, ਧਨ ਪਦਾਰਥ ਸੰਪਦਾ ਉਹਨਾਂ ਦੇ ਕੋਲ ਹੈ। ਉਹਨਾਂ ਕੋਲ ਤਾਂ ਇਹੋ ਸੀ ਨਾ ਵੀ ਇਹਨਾਂ ਨੇ ਪਰਵਰਿਸ਼ ਕਰਨੀ ਹੈ ਸ਼੍ਰੀ ਚੰਦ ਜੀ ਦੀ, ਬਾਬਾ ਲਖਮੀ ਦਾਸ ਜੀ ਦੀ, ਆਪਣੇ ਘਰ ਦੀ ਪਰਵਰਿਸ਼ ਕਰਨੀ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਤਾਂ ਨਿਰੰਕਾਰ ਦੇ ਘਰੋਂ ਡਿਊਟੀ ਲੱਗੀ ਹੈ ਸਮੁੱਚੇ ਜਗਤ ਦੀ ਪਰਵਰਿਸ਼ ਕਰਨ ਦੀ। ਉਹਨਾਂ ਕੋਲ ਦੋ ਚਾਰ ਜੀਆਂ ਦੀ ਰੋਜ਼ੀ ਰੋਟੀ ਨਹੀਂ, ਉਹਨਾਂ ਕੋਲ ਤਾਂ ਇੱਕ ਵੱਡੀ ਜ਼ਿੰਮੇਵਾਰੀ ਹੈ, ਜਿਹਦਾ ਜ਼ਿਕਰ ਅੱਗੇ ਆਏਗਾ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰਦੇ ਨੇ। ਅੱਜ ਸਾਧ ਸੰਗਤ ਜੀਓ ਕਿਸੇ ਥਾਂ ਤੇ ਆਪਾਂ ਜਾਣਾ ਹੋਵੇ, ਬੱਚਿਆਂ ਨੂੰ ਦੇਸ਼ ਵਿਦੇਸ਼ ਵਿੱਚ ਘੱਲਦੇ ਹਾਂ, ਪਹਿਲਾਂ ਸਾਰਾ ਹੀ ਆਪਾਂ ਉਹਦਾ ਪ੍ਰਬੰਧ ਕਰ ਲਿਆ ਵੀ ਫਲਾਣੀ ਥਾਂ ਤੇ ਫਲਾਣਿਆਂ ਦੇ ਘਰ ਠਹਿਰਨਗੇ, ਇੱਥੇ ਪੜਾਅ ਹੋਵੇਗਾ। ਬੰਦੇ ਕਿਤੇ ਜਾਣਾ ਹੋਵੇ ਵੀ ਇੱਥੇ ਫਲਾਣਾ ਬੰਦਾ ਪੜਾਅ ਕਰੇਗਾ ਇੱਥੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸਾਥ ਲੈਂਦੇ ਨੇ ਭਾਈ ਮਰਦਾਨਾ ਸਾਹਿਬ ਨੂੰ, ਜੰਗਲ ਬੇਲਿਆਂ ਦਾ ਰਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੁਣਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਨਿਜ ਜੀਵਨ ਦੇ ਅੰਦਰ ਜਿਹੜੀ ਉਹਨਾਂ ਨੇ ਮੁਸ਼ੱਕਤ ਕਾਲ ਕਮਾਈ ਕਾਲੀ, ਬਾਬਾ ਦੇਖਾ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸਮੁੱਚੀ ਧਰਤੀ ਨੂੰ ਸੋਧਣ ਦੇ ਵਾਸਤੇ, ਲੁਕਾਈ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਤੁਰਦੇ ਹਨ। ਕਹਿੰਦੇ ਬੋਲ ਸਮਝਾਏ ਪਰ ਉਹਨਾਂ ਨੇ ਸਮਝੇ ਨਹੀਂ ਹਨ। ਸ਼੍ਰੀ ਗੁਰ ਸ਼ਬਦ ਧਰਿਓ ਨੈ ਕਾਨੀ। ਸਤਿਗੁਰੂ ਜੀਆਂ ਦੇ ਸ਼ਬਦਾਂ ਨੂੰ ਨਹੀਂ ਵਿਚਾਰਿਆ, ਕੰਨੀ ਨਾ ਸੁਣਿਆ। ਬੋਲੀ ਬੌਰ ਕ੍ਰੋਧ ਸੋ ਬੈਨਾ। ਫਿਰ ਦੁਬਾਰਾ ਕ੍ਰੋਧ ਭਰੇ ਬੋਲ ਉਹਨਾਂ ਕਹੇ ਹਨ। ਭੇਦ ਨਾ ਜਾਣੇ ਇਹ ਗੁਣ ਐਨਾ। ਮਹਾਰਾਜ ਜੀਆਂ ਦੇ ਗੁਣਾਂ ਦੀ ਖਾਣ ਦੇ ਉਹਨਾਂ ਨੇ ਭੇਦ ਨੂੰ ਨਹੀਂ ਜਾਣਿਆ। ਦੋਹਰਾ ਅਸ ਵਿਚਾਰ ਕੇ ਬਚਨ ਅਬ
ਭਨਨ ਲਗਾ ਹਮ ਪਾਸ। ਇਸ ਪ੍ਰਕਾਰ ਵਿਚਾਰ ਕਰਕੇ ਬਚਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਬੈਠ ਕਰਕੇ ਭਾਈ ਮੂਲਾ ਬੀਬੀ ਚੰਦੋ ਰਾਣੀ ਇਸ ਪ੍ਰਕਾਰ ਬਚਨ ਕਰਦੇ ਹਨ। ਪੂਰਬ ਕਿਉਂ ਨਾ ਵਿਚਾਰਿਓ ਜਬ ਕੀਨੋ ਘਰ ਵਾਸ। ਕਹਿੰਦੇ ਸਾਧੂ ਹੀ ਬਣਨਾ ਸੀ, ਜੇ ਤੁਸਾਂ ਨੇ ਭੇਖ ਬਣਾਉਣਾ ਸੀ ਪਹਿਲਾਂ ਵਿਚਾਰ ਲੈਂਦੇ, ਸ਼ਾਦੀ ਤੋਂ ਪਹਿਲਾਂ ਵਿਚਾਰ ਲੈਂਦੇ। ਜੋ ਵੀ ਤੁਹਾਡੇ ਅੰਦਰ ਦਾ ਜੋ ਵੀ ਤੁਹਾਡਾ ਖਿਆਲ ਸੀ ਤੁਸੀਂ ਇਹ ਪਹਿਲਾਂ ਵਿਚਾਰ ਲੈਣਾ ਸੀ। ਹੁਣ ਤੁਸੀਂ ਇਹ ਆਪਣੇ ਹਿਰਦੇ ਅੰਦਰ ਕਿਉਂ ਵਿਚਾਰਿਆ ਹੈ? ਤੁਸੀਂ ਇਹ ਪਹਿਲਾਂ ਹੀ ਇਹ ਅਜਿਹਾ ਭੇਖ ਤੁਸਾਂ ਨੇ ਬਣਾ ਲੈਣਾ ਸੀ। ਚੌਪਈ ਖਰਚ ਸਦਨ ਕੋ ਦੀਰਗ ਜਾਨਾ। ਵੱਡਾ ਤੁਸੀਂ ਹੁਣ ਆਪਣੇ ਘਰ ਦਾ ਵੱਡਾ ਖਰਚ ਜਾਣ ਲਿਆ ਨਾ ਵੀ ਚਲੋ ਟੱਬਰ ਟੀਰਾ ਵਧਿਆ ਹੈ, ਤੁਹਾਨੂੰ ਹੁਣ ਪਤਾ ਲੱਗਾ ਵੀ ਖਰਚ ਵੱਧ ਗਿਆ ਹੈ। ਵੇਖ ਫਕੀਰੀ ਨਿਜ ਤਨ ਠਾਨਾ। ਤੁਸਾਂ ਨੇ ਇਹ ਫਕੀਰਾਂ ਵਾਲਾ ਭੇਖ ਪਿੰਡੇ ਤੇ ਪਾਲਿਆ। ਜੇ ਜਾਣਤ ਤੈਂ ਐਸੀ ਕਰਨੀ। ਪਤਾ ਹੁੰਦਾ ਤੁਸੀਂ ਅਜਿਹਾ ਕੁਝ ਕਰਨਾ ਸੀ। ਮੋਤਨ ਜਾ ਬਿਪਤਾ ਇਉ ਜਰਨੀ। ਮੇਰੀ ਧੀ ਸੁਲੱਖਣੀ ਨੇ ਜ਼ਰੂਰ ਅਜਿਹੀਆਂ ਬਿਪਤਾਵਾਂ ਨੂੰ ਸਹੇੜਨਾ ਸੀ, ਪਰ ਇਹ ਨਹੀਂ ਪਤਾ ਕਿ ਜਿੰਨੇ ਸਤਿਕਾਰ ਦੇ ਨਾਲ ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਲੈਨੇ ਹਾਂ, ਓਨੇ ਸਤਿਕਾਰ ਨਾਲ ਉਹਨਾਂ ਦੇ ਮਹਿਲ ਸਤਿਕਾਰਯੋਗ ਮਾਤ ਸੁਲੱਖਣੀ ਜੀਆਂ ਦਾ ਨਾਮ ਵੀ ਗੁਰੂ ਕਾ ਸਿੱਖ ਲੈਂਦਾ ਹੈ। ਸਤਿ ਸ੍ਰੀ ਅਕਾਲ। ਬੀਬੀ ਚੰਦੋ ਰਾਣੀ ਤਾਂ ਕਹਿ ਰਹੇ ਨੇ, ਕਹਿੰਦੇ ਜੇ ਪਤਾ ਹੁੰਦਾ ਤੁਸੀਂ ਇਹ ਬਿਪਤਾਵਾਂ ਸਹੇੜਨੀਆਂ ਸਨ ਜ਼ਰੂਰ ਆਪ ਜੀਆਂ ਦੇ ਲੜ ਲਾਉਣਾ ਸੀ। ਜੇ ਅਜਿਹਾ ਸਾਨੂੰ ਪਹਿਲਾਂ ਪਤਾ ਹੁੰਦਾ। ਕਿਉਂ ਕਰਤੀ ਤੈਂ ਕੋ ਸੰਬੰਧਾ। ਕਿਉਂ ਅਸੀਂ ਤੁਹਾਡੇ ਘਰ ਨਾਲ ਸੰਬੰਧ ਜੋੜਦੇ। ਭਇਓ ਭਾਗ ਜੈ ਕੋ ਅਤ ਮੰਦਾ। ਕਹਿੰਦੇ ਸਾਡੇ ਮੰਦੜੇ ਭਾਗ ਹਨ। ਕੱਲ ਆਪਾਂ ਸਰਵਣ ਕੀਤਾ ਸੀ, ਭਾਈਆ ਜੈ ਰਾਮ ਜੀ ਕਹਿ ਰਹੇ ਨੇ ਤੁਸੀਂ ਵੀ ਧੰਨ ਬੇਬੇ ਨਾਨਕੀ ਜੀ ਨੂੰ, ਤੁਹਾਡਾ ਵੀਰ ਵੀ ਧੰਨ, ਗੁਰੂ ਜੀ ਧੰਨ ਨੇ, ਤੁਸੀਂ ਵੀ ਧੰਨ, ਤੁਹਾਡੇ ਘਰ ਦੇ ਨਾਲ ਸੰਬੰਧ ਜੁੜੇ ਥੋੜੇ ਬਹੁਤੇ, ਅਸੀਂ ਵੀ ਧੰਨ ਧੰਨ ਹੋ ਗਏ ਹੋਵਾਂਗੇ। ਇੱਧਰ ਕਹਿ ਰਹੇ ਨੇ, ਕਹਿੰਦੇ ਸਾਡੇ ਮੰਦੜੇ ਭਾਗ ਨੇ। ਹੁਣ ਸਤਿਗੁਰੂ ਜੀ ਦੀ ਮਹਿਮਾ ਨੂੰ ਨਹੀਂ ਨਾ ਜਾਣ ਸਕੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮਹਿਮਾ ਨੂੰ ਜਿਹੜੇ ਨਹੀਂ ਜਾਣ ਸਕੇ, ਕੋਲ ਰਹਿ ਕਰਕੇ ਵੀ ਸਾਧ ਸੰਗਤ ਜਿਉ ਕਈ ਵਾਰੀ ਖਾਲੀ ਰਹਿ ਜਾਂਦੇ ਹਨ। ਕਸੂਰ ਮੀਂਹ ਦਾ ਨਹੀਂ ਹੈ, ਮੀਂਹ ਤਾਂ ਸਾਰੇ ਪਾਸੇ ਪਿਆ, ਫਰਕ ਹੈ ਭਾਂਡੇ ਦਾ ਮੂੰਹ ਕਿਹੜੇ ਪਾਸੇ ਹੈ। ਜਿਹੜਾ ਭਾਂਡਾ ਉੱਪਰ ਨੂੰ ਸੀ ਉਹਦੇ ਵਿੱਚ ਤਾਂ ਪਾਣੀ ਲਬਾ ਲਬ ਭਰ ਗਿਆ, ਜਿਹੜਾ ਭਾਂਡਾ ਪਿਆ ਹੀ ਮੁੱਦਾ ਸੀ ਉਹਦੇ ਵਿੱਚ ਕਿੱਥੋਂ ਪਾਣੀ ਆ ਜਾਂਦਾ। ਉਹ ਤੇ ਜੈਸਾ ਖਾਲੀ ਸੀ ਖਾਲੀ ਰਹਿ ਗਿਆ। ਸਤਿਗੁਰੂ ਜੀਆਂ ਦੇ ਘਰ ਦੇ ਅੰਦਰ ਵੀ ਕਈ ਵਾਰ ਅਜਿਹਾ ਬਣ ਜਾਂਦਾ ਹੈ, ਜਿਹੜੇ ਭਾਵਨਾ ਨਾਲ ਆਏ ਹਿਰਦੇ ਰੂਪੀ ਭਾਂਡੇ ਜਿਨ੍ਹਾਂ ਦੇ ਸਿੱਧੇ ਹੋਏ, ਉਹਨਾਂ ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ। ਜਿਹੜੇ ਕੋਈ ਮੁੱਦੇ ਰਹਿ ਗਏ ਉਹ ਸਤਿਗੁਰੂ ਜੀ ਦੀ ਕਿਰਪਾ ਤੋਂ ਖਾਲੀ ਰਹਿ ਗਏ। ਕਹਿੰਦੇ ਸਾਨੂੰ ਜੇ ਅਜਿਹਾ ਪਤਾ ਹੁੰਦਾ ਤਾਂ ਅਸੀਂ ਅਜਿਹਾ ਕੁਝ ਕਰਦੇ। ਹਮ ਹੇਰੇ ਤਨੁ ਜਾ ਦੁਖ ਨੈਣਾ। ਮੈਂ ਆਪਣੀਆਂ ਅੱਖਾਂ ਨਾਲ ਧੀ ਦੇ ਦੁਖੜੇ ਵੇਖ ਰਹੀ ਹਾਂ। ਤੇਰੇ ਉਰ ਪਰਮੇਸ਼ਰ ਭੈ ਨਾ। ਕਹਿੰਦੇ ਤੇਰੇ ਉਰ ਦੇ ਅੰਦਰ ਹਿਰਦੇ ਅੰਦਰ ਪਰਮੇਸ਼ਰ ਦਾ ਭੈ ਨਹੀਂ ਹੈ। ਬਾਲਕ ਪਾਲਕ ਹੋਵੇ ਕੌਣ। ਕੌਣ ਹੋਵੇਗਾ ਇਹਨਾਂ ਬਛੜਿਆਂ ਦਾ, ਮੇਰੇ ਦੋਹਤਿਆਂ ਦਾ ਕੌਣ ਪਾਲਕ ਹੋਵੇਗਾ, ਕੌਣ ਰੋਜੀ ਰੋਟੀ ਦੇਵੇਗਾ। ਕਹਿ ਆਧਾਰ ਹੋਏ ਕਹੋ ਤੌਣ। ਦੱਸੋ ਤਾਂ ਸਹੀ ਵੀ ਉਹਨਾਂ ਦਾ ਕਿਹੜਾ ਆਸਰਾ ਹੋਵੇਗਾ। ਜਿਨ ਕੋ ਸੁਧ ਬੁੱਧ ਆਏ ਨਾ ਕੋ। ਅਜੇ ਤਾਂ ਉਹਨਾਂ ਨੂੰ ਕੋਈ ਸੁਧ ਬੁੱਧ ਹੀ ਨਹੀਂ, ਆਪੇ ਦੀ ਅਜੇ ਉਹਨਾਂ ਨੂੰ ਕੋਈ ਸੰਭਾਲ ਨਹੀਂ ਹੈ। ਦਰਬ ਕਮਾਵਨ ਕੀ ਬਿਦ ਜੋ। ਉਹ ਪੈਸਾ ਆਦ ਕਮਾਉਣਗੇ। ਤਜ ਭਾਜੇ ਤਿਨ ਕੋ ਅਬ ਐਸੇ। ਤਾਂ ਛੱਡ ਕੇ ਭੱਜ ਗਏ ਹੋ। ਜਾਮਨ ਬਸ ਪਰਦੇਸੀ ਜੈਸੇ। ਇੱਕ ਰਾਤ ਲਈ ਕੋਈ ਪਰਦੇਸੀ ਪ੍ਰਾਹੁਣਾ ਘਰ ਆਇਆ ਹੋਵੇ। ਸੁਤ ਕੋ ਮੋਹ ਨ ਮਨ ਮੈਂ ਆਵੇ। ਤੁਹਾਨੂੰ ਤਾਂ ਪੁੱਤਰਾਂ ਦਾ ਕੋਈ ਮੋਹ ਹੈ ਹੀ ਨਹੀਂ। ਜੋ ਜਗ ਮੈਂ ਨਿਜ ਬੰਸ ਵਧਾਵੇ। ਹਾਂ, ਇਸ ਪ੍ਰਕਾਰ ਤੁਹਾਡੇ ਹਿਰਦੇ ਅੰਦਰ ਕੋਈ ਵੀ ਬੱਚਿਆਂ ਪ੍ਰਤ ਮੋਹ ਨਹੀਂ ਹੈ। ਦੋਹਰਾ ਪੁੱਤਰਨ ਕੇ ਹਿਤ ਨਰ ਸਬੇ।
ਕਰ ਹੈ ਅਨਿਕ ਪ੍ਰਯਾਸ। ਪੁੱਤਰਾਂ ਦੇ ਹਿੱਤ ਜਗਤ ਦੇ ਅੰਦਰ ਲੋਕਾਈ ਨਾਨਾ ਪ੍ਰਕਾਰ ਦੇ ਨਾਲ ਯਤਨ ਕਰਦੀ ਹੈ। ਤਿਨ ਕੋ ਅਬੇ ਅਨਾਥ ਕਰ ਸਾਧ ਬਨਾ ਦੁਖ ਰਾਸ। ਉਹਨਾਂ ਨੂੰ ਤੁਸੀਂ ਹੁਣੀ ਹੀ ਅਨਾਥ ਛੱਡ ਕੇ ਭਾਵ ਜ਼ਿੰਮੇਵਾਰੀ ਤੋਂ ਦੂਰ ਹੋ ਕੇ ਤੁਸੀਂ ਉਹਨਾਂ ਕੋਲੋਂ ਦੂਰ ਜਾ ਰਹੇ ਹੋ। ਇਹ ਸਾਰੇ ਜਿਹੜੇ ਸ਼ਬਦ ਬੋਲ ਬੀਬੀ ਚੰਦੋ ਰਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਬੇ ਨਾਨਕੀ ਜੀਆਂ ਦੇ ਘਰ ਦੇ ਅੰਦਰ ਹੀ ਸਾਰੇ ਕੁਦਰਤੀ ਇਕੱਠੇ ਹੋਏ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉੱਥੋਂ ਜਾਣਾ ਚਾਹੁੰਦੇ ਸਨ ਪਰ ਕੋਈ ਸਮਾਂ ਹੀ ਨਾ ਮਿਲਿਆ, ਇੰਨੇ ਨੂੰ ਘਰ ਹੀ ਆ ਗਏ। ਉਹ ਸਾਰੀ ਵਾਰਤਾਲਾਪ ਹੋਈ ਕਿਸ ਪ੍ਰਕਾਰ ਦੇ ਨਾਲ। ਫਿਰ ਸਤਿਕਾਰਯੋਗ ਬੇਬੇ ਨਾਨਕੀ ਜੀ ਕਿਸ ਪ੍ਰਕਾਰ ਇਹਨਾਂ ਗੱਲਾਂ ਦਾ ਉੱਤਰ ਦਿੰਦੇ ਹਨ ਆਉਣ ਵਾਲੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀ ਉਹ ਸਰਵਣ ਕਰਾਂਗੇ।